ਵਾਹਿਗੁਰੂ ਜੀ। ਗੁਰੂ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਹਰ ਗੋਬਿੰਦ ਸੁਭ ਮਤ ਪ੍ਰਕਾਸਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਇ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੁ ਤਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰੰਬਾਰ ਜਗਦੀਸਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਣਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਸਾਹਿਬ ਜੀ। ਏਕ ਦਿਵਸ ਬੈਠੇ ਜਗ ਸਾਈ, ਸ੍ਰੀ ਅੰਗਦ ਮੈਂ ਗਿਰਾ ਅਲਾਈ। ਰਾਮਚੰਦ ਸ੍ਰੀ ਪ੍ਰਭ ਅਵਤਾਰਾ, ਦੈਂਤਨ ਕੋ ਕੁਲ ਜਾਹੇ ਸੰਘਾਰਾ। ਏਕ ਦਿਵਸ ਬੈਠੇ ਜਗ ਸਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਪਤਿਤ ਪਾਵਨ, ਭਗਤ ਵਛਲ ਕਿਰਪਾ ਦੇ ਖਜ਼ਾਨੇ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਮਹਾਰਾਜ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਵਾਰੀ ਸਾਧ ਸੰਗਤ ਜੀਓ। ਸਾਹਿਬ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਹਨ। ਖਾਲਸਾ ਪੰਥ ਨਿਰਮਲ ਪੰਥ ਦਾ ਜਿਸ ਤਰ੍ਹਾਂ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਸੰਸਾਰ ਦੇ ਵਿੱਚ ਆਰੰਭ ਕੀਤਾ ਹੈ, ਜਿਵੇਂ ਭਾਈ ਸਾਹਿਬ ਨੇ ਕਿਹਾ, ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਮੇਰੇ ਸਤਿਗੁਰੂ ਨੇ ਸਿੱਕਾ ਕਿਸ ਤਰ੍ਹਾਂ ਮਾਰਿਆ ਹੈ, ਉਹਦਾ ਅਸੀਂ ਗੁਰੂ ਨਾਨਕ ਸਾਹਿਬ ਦੇ ਜੀਵਨ ਇਤਿਹਾਸ ਦੇ ਵਿੱਚੋਂ ਸਰਵਣ ਕਰ ਰਹੇ ਹਾਂ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਤੱਕਿਆ, ਕੋਈ ਜ਼ਾਲਮ ਬਾਦਸ਼ਾਹ ਪ੍ਰਜਾ ਨੂੰ ਦੁਖੀ ਕਰ ਰਿਹਾ, ਆਪ ਸੁਖ ਮਾਣਦਾ। ਕਾਰੂ ਵਰਗੇ ਬਾਦਸ਼ਾਹ ਦੇ ਕੋਲ ਜਾ ਕੇ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ। ਉਸ ਨੂੰ ਪਰਮੇਸ਼ਵਰ ਦਾ ਭੈ ਦਿਖਾ ਕਰਕੇ ਉਹਦੇ ਸਿਮਰਨ ਵਿੱਚ ਜੋੜ ਕੇ ਸਿੱਖੀ ਦਾਨ ਬਖਸ਼ ਦਿੱਤਾ। ਸਾਰਾ ਰਾਜ ਇਸ ਦੀ ਪ੍ਰਜਾ ਨੂੰ ਸਿੱਖ ਬਣਾ ਕੇ ਹਜ਼ੂਰ ਨੇ ਸੁਖੀ ਕੀਤਾ। ਤੇ ਇਸ ਤੋਂ ਉਪਰੰਤ ਇੱਕ ਮੁਸਲਮਾਨ ਰਾਜਾ ਹੈ, ਉਹਦੇ ਰਾਜ ਭਾਗ ਵਿੱਚ ਕੋਈ ਹਿੰਦੂ ਚਲਾ ਜਾਵੇ ਤੇ ਸਿੱਧਾ ਹੀ ਹੁਕਮ ਹੈ ਕਿ ਹਿੰਦੂ ਨੂੰ ਵੇਖਦਿਆਂ ਸਾਰੀ ਮਾਰ ਦਿਓ। ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਉੱਥੇ ਜਾ ਕੇ ਆਸ਼ਚਰਜ ਕੌਤਕ ਕੀਤਾ ਹੈ। ਇੱਕ ਆਸ਼ਚਰਜ ਚੋਲਾ ਹਜ਼ੂਰ ਨੇ ਆਪਣੇ ਸਰੀਰ ਤੇ ਧਾਰਨ ਕੀਤਾ ਹੈ, ਜਿਸ ਦੇ ਉੱਪਰ ਕੁਰਾਨ ਸ਼ਰੀਫ ਅਤੇ ਹੋਰ ਵੀ ਸੋ ਜਿਹੜੇ ਅੱਖਰ ਨੇ ਉਹ ਲਿਖੇ ਹੋਏ ਨੇ। ਜਦੋਂ ਰਾਜੇ ਨੂੰ ਪਤਾ ਲੱਗਾ,
ਪਹਿਲਾਂ ਉਸ ਨੇ ਗੁਰੂ ਸਾਹਿਬ ਤੇ ਹਮਲਾ ਕੀਤਾ ਵੀ ਚੋਲਾ ਲਾ ਲਓ। ਇਹਦੇ ਵਜ਼ੀਰ ਜਿਹੜੇ ਗਏ ਨੇ ਜਾ ਕੇ ਯਤਨ ਕੀਤਾ, ਚੋਲਾ ਲੱਥਾ ਨਹੀਂ। ਮਹਾਰਾਜ ਕਹਿੰਦੇ ਚੌੜਾ, ਮਹਾਰਾਜ ਕਹਿੰਦੇ ਹੈ ਸ਼ਕਤੀ ਤੇ ਲਾ ਲਓ। ਮਹਾਰਾਜ ਨੇ ਗਲੋਂ ਚੋਲਾ ਨਾ ਲੱਥਾ, ਨਾ ਪਾਟਿਆ ਤੇ ਨਾ ਹੀ ਲੱਥਾ। ਰਾਜੇ ਨੂੰ ਦੱਸਿਆ ਤੇ ਬੜਾ ਕ੍ਰੋਧਵਾਨ ਹੋਇਆ। ਕਹਿਣ ਲੱਗਾ ਚੁੱਪ ਕਰਕੇ, ਕਹਿੰਦੇ ਇਹਨਾਂ ਨੂੰ ਡੂੰਘੇ ਪਾਣੀ 'ਚ ਡੋਬ ਕੇ ਮਾਰ ਦਿਓ। ਗੁਰੂ ਪਾਤਸ਼ਾਹ ਡੂੰਘੇ ਪਾਣੀ 'ਚ ਜਾ ਕਰਕੇ ਕੋਸ਼ਿਸ਼ ਕੀਤੀ ਹੈ, ਪਰ ਚੋਲੇ ਨੂੰ ਤੇ ਪਾਣੀ ਦੀ ਬੂੰਦ ਵੀ ਛੋਈ ਨਹੀਂ। ਗੁਰੂ ਸਾਹਿਬ ਫਿਰ ਆਪਣੇ ਬਾਲਾ ਮਰਦਾਨਾ ਜੀ ਦੇ ਨਾਲ ਬੈਠੇ ਹੋਏ ਤੱਕੇ। ਅਗਲੇ ਦਿਨ, ਉਸ ਤੋਂ ਅਗਲੇ ਦਿਨ ਰਾਜੇ ਨੂੰ ਦੱਸਿਆ ਵੀ ਉਹ ਤੇ ਉਸੇ ਤਰ੍ਹਾਂ ਹੀ ਬੈਠੇ ਨੇ। ਕਹਿੰਦਾ ਇੱਦਾਂ ਨਹੀਂ, ਕਹਿੰਦੇ ਅੱਗ 'ਚ ਪਾ ਕੇ ਸਾੜੋ। ਗੁਰੂ ਸਾਹਿਬ ਦੇ ਦੁਆਲੇ ਲੱਕੜਾਂ ਦੇ ਢੇਰ ਲਾ ਕਰਕੇ ਅੱਗ ਲਾ ਦਿੱਤੀ। ਲੱਕੜਾਂ ਸੜ ਕੇ ਸੁਆਹ ਹੋ ਗਈਆਂ ਨੇ। ਗੁਰੂ ਪਾਤਸ਼ਾਹ ਜੀ ਤਾਈਂ ਅੱਗ ਛੋਹੀ ਨਹੀਂ। ਮਹਾਰਾਜ ਫਿਰ ਆਪਣੇ ਸਾਥੀਆਂ 'ਚ ਬੈਠੇ ਨੇ, ਅੰਮ੍ਰਿਤ ਵੇਲੇ ਕੀਰਤਨ ਕਰਦੇ ਨੇ। ਤਾਂ ਜਦੋਂ ਇਸ ਤਰੀਕੇ ਦੇ ਨਾਲ ਰਾਜਾ ਕਹਿੰਦਾ ਵੀ ਇੰਜ ਨਹੀਂ, ਚਲੋ ਮੈਂ ਚੱਲਦਾ। ਕਹਿੰਦੇ ਇਹਨਾਂ ਨੂੰ ਸੰਗਸਾਰ ਕਰੋ, ਪੱਥਰਾਂ ਦੀ ਮਾਰ 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 ਕੇ ਲੱਖਾਂ ਮਣ ਪੱਥਰ ਇਹਦੇ ਉੱਤੋਂ ਢੇਰ ਕਰ ਦਿਓ, ਆਪੇ ਵਿੱਚੇ ਮਰ ਜਾ। ਰਾਜੇ ਨੇ ਕੋਲ ਖੜੋ ਕੇ ਗੁਰੂ ਸਾਹਿਬ ਤੇ ਜ਼ੁਲਮ ਕਰਵਾਇਆ। ਜਿਸ ਵੇਲੇ ਸਤਿਗੁਰੂ ਪਾਏ ਪੱਥਰ ਸੰਗਸਾਰ ਕਰਕੇ ਚਲੇ ਗਏ ਤੇ ਗੁਰੂ ਨਾਨਕ ਸਾਹਿਬ ਫਿਰ ਬੈਠੇ ਨੇ ਬਾਲਾ ਮਰਦਾਨਾ ਜੀ ਦੇ ਨਾਲ ਹੀ। ਜਿਸ ਵੇਲੇ ਫਿਰ ਦੱਸਿਆ ਤੇ ਜਿਹੜੇ ਇਹਨੇ ਫਿਰ ਵਜ਼ੀਰ ਇਕੱਠੇ ਕੀਤੇ। ਕੁਛ ਸਿਆਣੇ ਜਿਹੜੇ ਵਿੱਚ ਵਜ਼ੀਰ ਸਨ ਜਾਂ ਸਿਆਣੇ ਕੋਈ ਬਜ਼ੁਰਗ ਸਨ, ਉਹਨਾਂ ਨੇ ਸਲਾਹ ਦਿੱਤੀ ਰਾਜਾ ਤੂੰ ਭੁੱਲ ਵਿੱਚ ਹੈ। ਜਿਹੜੇ ਲੋਕ ਜਾਦੂਗਰ ਹੁੰਦੇ ਨੇ ਉਹਨਾਂ ਵਿੱਚ ਇੰਨੀ ਕਰਾਮਾਤ ਸ਼ਕਤੀ ਨਹੀਂ ਹੁੰਦੀ। ਇਹ ਜਾਂ ਕੋਈ ਖੁਦਾ ਹੈ ਜਾਂ ਖੁਦਾ ਦਾ ਰੂਪ ਜਾਂ ਖੁਦਾ ਦੇ ਕੋਈ ਬਖਸ਼ੇ ਹੋਏ ਨੇ। ਪਰ ਤੂੰ ਜਿੰਨਾ ਜ਼ੁਲਮ ਕਰ ਲਿਆ, ਤੂੰ ਤਾਂ ਵਾਰ ਕਰ ਲਏ ਨੇ ਮਹਾਰਾਜ ਤੇ ਜੇ ਗੁਰੂ ਨੇ ਕਿਤੇ ਵਾਰ ਕੀਤਾ ਤੇਰਾ ਕੀ ਬਣੂ? ਡਰਿਆ ਘਬਰਾਇਆ, ਕੀ ਕਰਨਾ ਚਾਹੀਦਾ ਹੈ? ਤਾਂ ਸੋਚਿਆ, ਕਹਿੰਦੇ ਵੀ ਜਾ ਕੇ ਮਹਾਰਾਜ ਤੋਂ ਮਾਫੀ ਮੰਗ ਲਓ। ਕੁਛ ਭੇਟਾਂ ਲੈ ਕੇ ਗੁਰੂ ਚਰਨਾਂ 'ਚ ਹਾਜ਼ਰ ਹੋਇਆ। ਸਤਿਗੁਰਾਂ ਦੇ ਆਣ ਕਰਕੇ ਚਰਨ ਪਰਸੇ ਨੇ। ਗੁਰੂ ਪਾਤਸ਼ਾਹ ਤੋਂ ਮਾਫੀ ਮੰਗੀ। ਮਹਾਰਾਜ ਕਹਿੰਦੇ ਮਾਫੀ ਤਾਂ ਮਿਲੇਗੀ ਜੇ ਬੰਦੇ ਮਾਰਨੇ ਛੱਡਦਾ। ਇਹ ਮਾੜਾ ਕੰਮ ਛੱਡ, ਪਰਮੇਸ਼ਵਰ ਦੇ ਨਾਮ ਦੇ ਸਿਮਰਨ ਵਿੱਚ ਲੱਗ, ਰੱਬ ਤੋਂ ਭੈ ਕਰ। ਇਉਂ ਸਤਿਗੁਰੂ ਨੇ ਇਹ ਲਾਜਵਰਦ ਬਾਦਸ਼ਾਹ ਜਿਹੜਾ ਸੀ ਉਸ ਨੂੰ ਮਹਾਰਾਜ ਨੇ ਸਿੱਖ ਬਣਾਇਆ ਪਰਜਾ ਦੇ ਸਮੇਤ। ਇਸ ਤਰ੍ਹਾਂ ਮੇਰੇ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕੀਤੀ ਹੈ। ਇਸ ਤੋਂ ਅੱਗੇ ਮੇਰੇ ਸਤਿਗੁਰੂ ਜੀ ਹੁਣ ਜਿਵੇਂ ਚੱਲਦੇ ਨੇ, ਭਾਈ ਸਾਹਿਬ ਜੀ ਨੇ ਜਿਵੇਂ ਸਾਡੇ ਪ੍ਰਾਚੀਨ ਇਤਿਹਾਸ ਚੱਲ ਰਿਹਾ ਹੈ ਉਹਦੇ ਅਨੁਸਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਅੱਗੇ ਚੱਲ ਕੇ ਜਿਸ ਤਰੀਕੇ ਨਾਲ ਕੌਤਕ ਕਰਦੇ ਨੇ, ਪਿਆਰ ਪੂਰਵਕ ਸ੍ਰੀ ਗੁਰੂ ਨਾਨਕ ਪ੍ਰਕਾਸ਼ ਇਤਿਹਾਸ ਦੀ ਲੜੀ ਵਿੱਚ ਗੁਰੂ ਸਾਹਿਬ ਦੇ ਇਤਿਹਾਸ ਨੂੰ ਸਰਵਣ ਕਰੀਏ। ਗੁਰੂ ਚਰਨਾਂ 'ਚ ਮਨ ਜੋੜੀਏ, ਮੁਖ ਪਵਿੱਤਰ ਕਰਦੇ ਹੋਏ ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਏਕ ਦਿਵਸ ਬੈਠੇ ਜਗ ਸਾਈ। ਇੱਕ ਦਿਨ ਜਗਤ ਦੇ ਸੁਆਮੀ ਧੰਨ ਗੁਰੂ ਨਾਨਕ ਸਾਹਿਬ ਜੀ ਬੈਠੇ ਸਨ। ਸ੍ਰੀ ਅੰਗਦ ਮੈਂ ਗਿਰਾ ਅਲਾਈ। ਭਾਈ ਬਾਲਾ ਜੀ ਸਾਹਿਬ ਗੁਰੂ ਅੰਗਦ ਦੇਵ ਸਾਨੂੰ ਬੇਨਤੀ ਕਰਦੇ ਨੇ, ਮਹਾਰਾਜ ਮੈਂ ਸਤਿਗੁਰਾਂ ਨੂੰ ਬੇਨਤੀ ਕੀਤੀ। ਰਾਮਚੰਦ ਸ੍ਰੀ ਪ੍ਰਭ ਅਵਤਾਰਾ। ਜੋ ਭਗਵਾਨ ਰਾਮਚੰਦਰ ਜੀ ਵਿਸ਼ਨੂੰ ਭਗਵਾਨ ਜੀ ਦੇ ਅਵਤਾਰ ਹੋਏ ਹਨ। ਦੈਂਤਨ ਕੋ ਕੁਲ ਜਹ ਸੰਘਾਰਾ। ਜਿਨ੍ਹਾਂ ਨੇ ਦੈਂਤਾਂ ਦੀ ਕੁਲ ਦਾ ਵਿਨਾਸ਼ ਕੀਤਾ ਹੈ। ਲੰਕਾ ਹੁਤੀ ਉਰਦਦ ਕੇ ਮਾਹੀ। ਸਮੁੰਦਰ ਦੇ ਵਿੱਚ ਇਸ ਪ੍ਰਕਾਰ ਜੋ ਲੰਕਾ ਸੀ, ਮਾਰਗ ਜਾਣ ਤਹਾਂ ਕੋ ਨਾਹੀ। ਇਸ ਪ੍ਰਕਾਰ ਜਿੱਥੇ ਜਾਣ ਦਾ ਕੋਈ ਰਾਹ ਹੀ ਨਹੀਂ ਸੀ, ਸਮੁੰਦਰ ਦੇ ਵਿੱਚ ਟਾਪੂ ਸੀ ਇਹ। ਗਿਰਤ ਰਾਏ ਤਹਿ ਸੇਤ ਬੰਧਾਵਾ। ਤਾਂ ਉੱਥੇ ਇਸ ਪ੍ਰਕਾਰ ਸਮੁੰਦਰ ਦੇ ਉੱਤੇ ਬੜੇ ਬੜੇ ਪਹਾੜ ਰੱਖ ਕਰਕੇ, ਪੱਥਰ ਰੱਖ ਕੇ ਪੁਲ ਬੰਨਿਆ ਸੀ। ਸਭ ਕਪ ਕਟਕ ਪਾਰ ਸੋ ਲੰਘਾਵਾ। ਆਪਣੀ ਬਾਨਰ ਫੌਸਾਰੀ ਜਿਹੜੀ ਸੀ ਉਹਦੇ ਉੱਪਰ ਦੀ ਲੰਘਾਈ ਸੀ ਪਾਰ। ਹੈ ਅਵਲੋਕਨ ਲਾਲ ਸਮੋਹੀ। ਉਹ ਮੇਰੇ ਚਿੱਤ ਵਿੱਚ ਹੈ ਕਿ ਦੇਖਣਾ ਵੀ ਕਿੱਥੇ ਪੁਲ ਬੰਨਿਆ ਸੀ, ਤੋ ਕਿੱਥੇ ਇਹੋ ਜਿਹੀ ਸ਼ਕਤੀ ਵਰਤਾਈ ਸੀ ਉਹਨਾਂ ਨੇ। ਕਿਰਪਾ ਧਾਰ ਦੁਖ ਰਾਵ ਉਹੀ। ਤੋ ਮਹਾਰਾਜ ਕਿਰਪਾ ਕਰਕੇ ਸਾਨੂੰ ਉਹ ਵੀ ਦਿਖਾ ਦਿਓ। ਸੁਨ ਕੇ ਬੋਲੇ ਪਰਮ ਕਿਰਪਾਲਾ। ਮਹਾਨ ਕਿਰਪਾਲੂ ਸਤਿਗੁਰੂ ਨਾਨਕ ਸਾਹਿਬ ਜੀ ਇਹ ਬੇਨਤੀ ਸੁਣ ਕੇ ਬਚਨ ਕੀਤਾ ਹੈ। ਤੁਮਰਾ ਕਹਿਓ ਕਰੋ ਹੋ ਬਾਲਾ। ਕਹਿੰਦੇ ਭਾਈ ਬਾਲਾ ਜੀ ਤੁਹਾਡਾ ਕਿਹਾ ਜ਼ਰੂਰ ਕਰਾਂਗੇ, ਦਿਖਾਵਾਂਗੇ ਸਥਾਨ ਉਹ ਤੁਹਾਨੂੰ। ਵਿਦਾ ਭਏ ਤਿੰਨ ਤੇ ਬਰਿਆਈ। ਮੇਰੇ ਸਤਿਗੁਰੂ ਪਾਤਸ਼ਾਹ ਜੀ ਉਹਨਾਂ ਲੋਕਾਂ ਤੋਂ ਮੱਲੋ ਜੋਰੀ ਹੀ ਚੱਲ ਪਏ ਅੱਗੇ। ਤਤ
ਤਿਨ ਗਮਨ ਕੀਨ ਗਤ ਦਾਈ। ਮੁਕਤੀ ਦੇ ਦਾਤਾ ਸਤਿਗੁਰੂ ਪਾਤਸ਼ਾਹ ਝੱਟ ਉੱਥੋਂ ਚੱਲੇ ਹਨ। ਤੂਰਨ ਪਹੁੰਚੇ ਸਾਗਰ ਤੀਰੰ। ਤੋ ਸਮੁੰਦਰ ਦੇ ਕਿਨਾਰੇ ਤੇ ਸਾਹਿਬ ਗੁਰੂ ਨਾਨਕ ਸਾਹਿਬ ਜੀ ਪਹੁੰਚ ਗਏ ਹਨ। ਬੈਠ ਗਏ ਤਹ ਗੁਨੀ ਗਹੀਰੰ। ਗੁਨਾਹ ਦੇ ਖਜ਼ਾਨੇ ਧੰਨ ਗੁਰੂ ਨਾਨਕ ਸਾਹਿਬ ਜੀ ਉੱਥੇ ਬੈਠੇ ਹਨ ਸਮੁੰਦਰ ਦੇ ਕਿਨਾਰੇ ਤੇ। ਜਹ ਰਘੁਬੀਰ ਸੇਤ ਬੰਦਵਾਇਓ। ਜਿੱਥੇ ਭਗਵਾਨ ਰਾਮ ਜੀ ਨੇ ਇਸ ਪ੍ਰਕਾਰ ਪੁਲ ਬਣਾਇਆ ਸੀ ਸਮੁੰਦਰ ਤੇ। ਏਕ ਲਿੰਗ ਸਿਵ ਤਹਾਂ ਸੁਹਾਇਓ। ਸ਼ਿਵਲਿੰਗ ਉੱਥੇ ਇੱਕ ਸੋਭਾ ਪਾਸੀ ਉਸ ਸਮੇਂ ਦਾ। ਤਿਹ ਬਲੋਕ ਬੋਲਿਓ ਮਰਦਾਨਾ। ਮਰਦਾਨਾ ਇਸ ਪ੍ਰਕਾਰ ਵੇਖ ਕੇ ਬੋਲਿਆ ਕਹਿਣ ਲੱਗਾ, ਕਿਸ ਪ੍ਰਕਾਰ ਸਿਵਲਿੰਗ ਸਥਾਨਾ। ਮਹਾਰਾਜ ਇੱਥੇ ਥਾਂ ਕਿਵੇਂ ਬਣਿਆ ਹੋਇਆ ਹੈ। ਕਹਿ ਨ ਇਹ ਅਸਥਾਪਨ ਕੀਨੋ। ਇਹ ਕਿਸ ਨੇ ਕਹਿੰਦੇ ਇਸ ਪ੍ਰਕਾਰ ਅਸਥਾਨ ਜਿਹੜਾ ਸੀ ਇਹ ਬਣਾਇਆ ਸੀ, ਸ਼ੁਰੂ ਕੀਤਾ ਸੀ। ਮਹਾ ਮਹਾਤਮ ਪੂਜਨ ਦੀਨੋ। ਇਸ ਪ੍ਰਕਾਰ ਇਸ ਦੀ ਪੂਜਾ ਦਾ ਮਹਾਤਮ ਜਿਹੜਾ ਦੱਸਿਆ ਹੋਇਆ ਹੈ। ਸਰਬ ਸੁਨਾਵਹੁ ਮੁਝੇ ਪ੍ਰਸੰਗਾ। ਮਹਾਰਾਜ ਇਹ ਪ੍ਰਸੰਗ ਸਾਨੂੰ ਦੱਸੋ ਜੀ। ਭੂਤ ਭਵਿੱਖ ਲਖੋ ਸਰਬੰਗਾ। ਤੁਸੀਂ ਮਹਾਰਾਜ ਪਿਛਲਾ ਅਗਲਾ ਸਾਰਾ ਹੀ ਜਿਹੜਾ ਹੈ ਸੋ ਸਮਾਂ ਨੂੰ ਜਾਣਦੇ ਹੋ। ਦੋਹਰਾ ਸ੍ਰੀ ਨਾਨਕ ਬੋਲੇ ਬਚਨ। ਧੰਨ ਸਾਹਿਬ ਗੁਰੂ ਨਾਨਕ ਸਾਹਿਬ ਨੇ ਬਚਨ ਕੀਤੇ, ਕਹਿੰਦੇ ਹਨ, ਸੁਨ ਮਰਦਾਨੇ ਗਾਥ। ਮਰਦਾਨਾ ਜੀ ਕਥਾ ਸੁਣੋ ਇਸ ਦੀ। ਰਾਮਚੰਦਰ ਆਏ ਇਹਾਂ। ਭਗਵਾਨ ਰਾਮਚੰਦਰ ਜੀ ਇੱਥੇ ਆਏ ਸਨ। ਬਾਂਦਰ ਦਲ ਲੈ ਸਾਥ। ਸਾਰਾ ਹਨੂਮਾਨ ਦੀ ਫੌਜ ਨੂੰ ਲੈ ਕਰਕੇ ਇੱਥੇ ਪਹੁੰਚੇ ਸਨ। ਚਉਪਈ ਉਦਦ ਬਲੋਕਤ ਹਿਰਦੇ ਵਿਚਾਰਾ। ਇਸ ਪ੍ਰਕਾਰ ਸਮੁੰਦਰ ਨੂੰ ਦੇਖ ਕੇ ਮਨ ਚ ਵਿਚਾਰ ਕੀਤਾ ਉਹਨਾਂ ਨੇ। ਇਸ ਕੇ ਜਾਵਹਿ ਕਿਹ ਬਿਦ ਪਾਰਾ। ਇਸ ਤੋਂ ਪਾਰ ਅਸੀਂ ਫੌਜ ਸਮੇਤ ਕਿਸ ਤਰ੍ਹਾਂ ਜਾਈਏ। ਸਭ ਮਿਲ ਕਹਿਓ ਬੰਧਾਵਹੁ ਸੇਤਾ। ਇਹ ਸਾਰਿਆਂ ਨੇ ਮਿਲ ਕੇ ਵਿਚਾਰ ਕੀਤੀ, ਮਹਾਰਾਜ ਜੀ ਪੁਲ ਬੰਨੋ, ਇਸ ਤੋਂ ਤਾਂ ਲੰਘਾਂਗੇ। ਮਾਨ ਲੀਨ ਅਸ ਰਗ ਕੁਲ ਕੇਤਾ। ਉਹ ਕਹਿੰਦੇ ਇਸ ਪ੍ਰਕਾਰ ਰਘੂ ਕੁਲ ਦੇ ਨਿਸ਼ਾਨ ਰੂਪ ਭਗਵਾਨ ਰਾਮ ਜੀ ਨੂੰ ਜਦੋਂ ਇਉਂ ਬਚਨ ਕੀਤਾ। ਪ੍ਰਥਮ ਸਿਵ ਕੀ ਪੂਜਾ ਕੀਨੀ। ਉਹ ਕਹਿੰਦੇ ਇਸ ਪ੍ਰਕਾਰ ਉਹਨਾਂ ਨੇ ਪਹਿਲਾਂ ਕਹਿੰਦੇ ਸ਼ਿਵ ਜੀ ਦੀ ਪੂਜਾ ਕੀਤੀ। ਸ਼ਿਵਲਿੰਗ ਤਾਂ ਇੱਥੇ ਹੈ। ਪੁਲ ਬਾਂਧਨ ਪੁਲ ਪੁਨ ਆਇਸ ਦੀਨੀ। ਤੇ ਫਿਰ ਪੁਲ ਬੰਨਣ ਦੀ ਆਗਿਆ ਦਿੱਤੀ ਸੀ। ਇੱਥੋਂ ਭਾਵ ਇਹ ਹੈ ਕਿਉਂਕਿ ਭਾਈ ਸੰਤੋਖ ਸਿੰਘ ਸਾਹਿਬ ਜੀ ਹੁਣਾਂ ਨੇ ਵਾਲਮੀਕੀ ਰਾਮਾਇਣ ਦਾ ਸਟੀਕ ਕੀਤਾ ਹੈ। ਭਗਵਾਨ ਰਾਮਚੰਦਰ ਦਾ ਸਾਰਾ ਜੀਵਨ ਜਿਹੜਾ ਹੈ ਉਸ ਨੂੰ ਇਸ ਪ੍ਰਕਾਰ ਇਹਨਾਂ ਨੇ ਸੋ ਸੰਸਕ੍ਰਿਤ ਵਿੱਚ ਸੀ ਤੇ ਉਸ ਨੂੰ ਇਸ ਪ੍ਰਕਾਰ ਇਹ ਭਾਈ ਸਾਹਿਬ ਨੇ ਟੀਕਾ ਕੀਤਾ ਸੀ। ਤੋ ਸਾਡੇ ਸਿੱਖ ਖਾਲਸਾ ਪੰਥ ਦੀ ਜਾਣਕਾਰੀ ਵਾਸਤੇ ਭਾਈ ਸਾਹਿਬ ਜੀ ਇਹ ਭਗਵਾਨ ਰਾਮਚੰਦਰ ਜੀ ਦੀ ਕਥਾ ਦਾ ਜਿਹੜਾ ਹੈ ਉਹ ਇੱਥੇ ਬਿਆਨ ਕਰ ਰਹੇ ਹਨ ਔਰ ਦੱਸਦੇ ਨੇ ਕਿ ਉਹਨਾਂ ਸ਼ਿਵ ਦੀ ਪੂਜਾ ਕਰੀ ਸੀ। ਖਾਲਸਾ ਪੰਥ ਜਿਹੜਾ ਉਹ ਸ਼ਿਵ ਦਾ ਪੁਜਾਰੀ ਨਹੀਂ, ਅਕਾਲ ਪੁਰਖ ਦਾ ਪੁਜਾਰੀ ਹੈ। ਕਾਜ ਕਰਨ ਤੇ ਜੌਨ ਅਗਾਰੇ। ਉਹ ਕਹਿੰਦੇ ਨੇ ਜਿਹੜਾ ਕਿਸੇ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੋ ਇਸ ਤਰ੍ਹਾਂ ਪੂਜਾ ਕੀਤੀ ਜਾਂਦੀ ਹੈ। ਗੁਰ ਪੂਜਹਿ ਹੋਵੇ ਪੁਰਖ ਸੁਖਾਰੇ। ਜਿਹੜੇ ਵੀ ਲੋਕ ਹਨ ਉਹ ਆਪਣੇ ਗੁਰੂ ਦੀ, ਆਪਣੇ ਵੱਡਿਆਂ ਦੀ ਪੂਜਾ ਕਰਦੇ ਹਨ ਸੌਖੇ ਹੋਣ ਵਾਸਤੇ। ਤਬ ਕੋ ਇਹ ਸ਼ਿਵ ਲਿੰਗ ਸੁਹਾਵਾ। ਉਦੋਂ ਤੋਂ ਇਹ ਅਸਥਾਨ ਸ਼ੋਭਨੀਕ ਹੋਇਆ ਹੈ। ਰਗ ਬਰ ਕੀਨ ਸਥਾਪਨ ਭਾਵਾ। ਤੋ ਆਪਣੇ ਭਾਵਨਾ ਸਹਿਤ ਸੋ ਰਘਬਰ ਭਗਵਾਨ ਰਾਮ ਜੀ ਨੇ ਕਹਿੰਦੇ ਇਹ ਅਸਥਾਨ ਜਿਹੜਾ ਇਸ ਤੇ ਟਿਕਾਇਆ ਬਣਾਇਆ ਸੀ। ਪਾਹਨ ਪਰ ਲਿਖ ਕਰ ਨਿਜ ਨਾਮੂ। ਇੱਥੇ ਉਹਨਾਂ ਨੇ ਜਿਹੜਾ ਪੁਲ ਬੰਨਿਆ ਸੀ ਪੱਥਰਾਂ ਦੇ ਉੱਤੇ ਆਪਣਾ ਨਾਮ ਲਿਖਿਆ ਸੀ। ਸੇਤ ਬਾਂਧ ਲੀਨੋ ਅਬਰਾਮੂ। ਬੜਾ ਸੁੰਦਰ ਪੁਲ ਬੰਨਿਆ ਸੀ ਪੱਥਰਾਂ ਤੇ ਨਾਮ ਲਿਖ ਕੇ ਰਾਮ ਦਾ। ਮਰਦਾਨਾ ਕਹਿ ਭਾ ਸੰਦੇਹੂ। ਮਰਦਾਨਾ ਕਹਿੰਦਾ ਮਹਾਰਾਜ ਮੈਨੂੰ ਇੱਥੇ ਸ਼ੱਕ ਹੈ। ਕਿਉਂ ਰਘੁਬੀਰ ਕੀਨ ਕ੍ਰਿਤ ਏਹੂ। ਭਗਵਾਨ ਰਾਮਚੰਦਰ ਨੇ ਇਹ ਕੰਮ ਕਿਉਂ ਕੀਤਾ ਜੀ। ਸਰਬ ਭਾਂਤ ਸਮਰੱਥ ਗੁਸਾਈ। ਉਹ ਸਭ ਤਰੀਕਿਆਂ ਨਾਲ ਸਮਰੱਥ ਸਨ, ਅਵਤਾਰ ਸਨ। ਆਪ ਹੁਤੇ ਠਾਂਡੇ ਜਿਹ ਥਾਈ। ਜਿਸ ਜਗ੍ਹਾ ਤੇ ਆਪ ਖੜੇ ਸਨ ਉਹ ਕਿਉਂ ਤਹ ਸ਼ਿਵ ਅਬ ਖੇਖਨ ਕੀਨਾ। ਉਹਨਾਂ ਨੇ ਸ਼ਿਵ ਜੀ ਮਹਾਰਾਜ ਦੀ ਪੂਜਾ ਕਿਉਂ ਕੀਤੀ, ਆਪ ਖੁਦ ਅਵਤਾਰ ਸਨ ਉਹ। ਇੱਕ ਸੰਸੈ ਮੁਝ ਇਹੋ ਪਰ ਬੀਨਾ। ਇਹ ਸਤਿਗੁਰੂ ਅੰਤਰਜਾਮੀ ਨੂੰ ਇਸ ਗੱਲ ਦਾ ਸ਼ੰਕਾ ਹੈ। ਆਪਣੋ ਲਿਖ ਕਰ ਨਾਮ ਬਹੋਰੀ। ਤੇ ਫਿਰ ਦੂਸਰਾ ਇਹ ਹੈ ਕਿ ਉਹਨਾਂ ਨੇ ਪੱਥਰਾਂ ਤੇ ਆਪਣਾ ਨਾਮ ਲਿਖਿਆ। ਤਾਰੇ ਪਾਹਨ ਰਾਖੇ ਜੋਰੀ। ਇਸ ਪ੍ਰਕਾਰ ਪਾਣੀ ਦੇ ਉੱਤੇ ਪੱਥਰ ਜੋੜ ਕਰਕੇ ਤਾਰ ਦਿੱਤੇ ਨਾਮ ਲਿਖ ਕੇ। ਇਸ ਪ੍ਰਕਾਰ ਕਿਉਂ ਕੀਨ ਪ੍ਰਯਾਸਾ। ਇਹੋ ਜਿਹਾ ਯਤਨ ਕਿਉਂ ਕੀਤਾ ਰਾਮ ਜੀ ਨੇ। ਪੁਰ ਸੰਸੇ ਦਵ ਦੇਹੋ ਬਿਨਾਸਾ। ਇਹ ਦੋ ਸ਼ੰਕੇ ਨੇ ਮਨ ਦੇ ਦੂਰ ਕਰੋ ਜੀ। ਹੋਏ ਬਲਹੀਨੇ ਇਉਂ ਬਨ ਆਈ। ਇਸ ਵਾਸਤੇ ਮਹਾਰਾਜ ਇਉਂ ਆਉਂਦੇ ਆ ਕਿ ਮੇਰੇ ਮਨ ਵਿੱਚੋਂ ਸ਼ੰਕੇ ਨਿਵਰਤ ਕਰੋ। ਅਪਰ ਅਲੰਬ ਪਾਏ ਕਰ ਜਾਈ। ਤੋ ਇਸ ਪ੍ਰਕਾਰ ਸੋ ਜਿਹੜਾ ਆਪ ਤਾਂ ਬਲੀ ਸੀ ਭਗਵਾਨ ਰਾਮ
ਤੇ ਕਿਸੇ ਦਾ ਆਸਰਾ ਲੈ ਕਰਕੇ ਕਹਿੰਦੇ ਨੇ ਲੰਘਣ ਦੀ ਕੋਸ਼ਿਸ਼ ਕੀਤੀ ਸਮੁੰਦਰ ਨੂੰ। ਸੁਨ ਕਰ ਕਿਰਪਾ ਨਿਧਾਨ ਬਖਾਨਾ, ਕਿਰਪਾ ਦੇ ਖਜ਼ਾਨੇ ਸਤਿਗੁਰਾਂ ਨੇ ਸੁਣ ਕੇ ਬਚਨ ਕੀਤਾ। ਪੁੱਤਰ ਸੁਨਹੁ ਕਾਨ ਮਰਦਾਨਾ, ਮਰਦਾਨਾ ਜੀ ਕੰਨ ਦੇ ਕੇ ਇਹਦਾ ਜਵਾਬ ਸੁਣੋ। ਭਗਤ ਨਾਮ ਕੀ ਵੱਡ ਵਡਿਆਈ, ਦੇਖੋ ਪਰਮੇਸ਼ਵਰ ਦਾ ਨਾਮ ਤੇ ਭਗਤੀ ਦੀ ਵਡਿਆਈ ਵੱਡੀ ਹੈ। ਸੁਰ ਨਰ ਸਭ ਮਹਿ ਆਪ ਰਖਾਈ, ਮਾਲਕ ਪਰਮੇਸ਼ਵਰ ਨੇ ਭਾਵੇਂ ਸੁਰ ਦੇਵਤੇ ਨੇ ਭਾਵੇਂ ਮਨੁੱਖ ਨੇ ਸਭਨਾਂ ਵਿੱਚ ਪਰਮੇਸ਼ਵਰ ਦੀ ਭਗਤੀ ਤੇ ਨਾਮ ਦੀ ਵਡਿਆਈ ਵੱਡੀ ਰੱਖੀ ਹੋਈ ਹੈ। ਸਭ ਭਗਤਨ ਮਹਿ ਸੰਭ ਮਹਾਨਾ, ਇਹ ਜਿਹੜੇ ਭਗਤ ਨੇ ਭਗਤੀ ਕਰਨ ਵਾਲੇ ਲੋਕ ਨੇ ਇਹਨਾਂ ਵਿੱਚ ਸ਼ਿਵ ਜੀ ਨੂੰ ਵੱਡਾ ਮੰਨਿਆ ਗਿਆ। ਇਹਨਾਂ ਵਿੱਚ ਆਠੋਂ ਜਾਮ ਧਰਿ ਉਰ ਧਿਆਨਾ, ਇਹ ਜਿਹੜੇ ਭਗਤ ਲੋਕ ਨੇ ਅੱਠੇ ਪਹਿਰ ਸ਼ਿਵ ਜੀ ਦਾ ਧਿਆਨ ਕਰਦੇ ਹਨ। ਵਿਸ਼ਨ ਸਤੋ ਗੁਣ ਉਜਲ ਰੰਗਾ, ਪਰ ਜਿਹੜਾ ਵਿਸ਼ਨੂੰ ਤੇ ਸ਼ਿਵ ਜੀ ਆ ਇਹਨਾਂ ਦਾ ਸੰਬੰਧ ਦੱਸਦੇ ਨੇ ਵੀ ਜਿਹੜਾ ਵਿਸ਼ਨੂੰ ਮਹਾਰਾਜ ਆ ਕਹਿੰਦੇ ਉਹਦਾ ਸਤੋ ਗੁਣੀ ਹੈ, ਸ਼ਾਂਤ ਸੁਭਾਅ, ਚਿੱਟਾ ਰੰਗ ਹੈ ਉਹਨਾਂ ਦਾ। ਕਰਤ ਧਿਆਨ ਸਿਤ ਭਾ ਸਰਬੰਗਾ, ਇਸ ਪ੍ਰਕਾਰ ਸੋ ਕਹਿੰਦੇ ਨੇ ਸ਼ਿਵ ਜੀ ਜਿਹੜਾ ਇਹ ਵਿਸ਼ਨੂੰ ਦਾ ਧਿਆਨ ਕਰਦਾ ਹੈ, ਇਸ ਕਰਕੇ ਕਹਿੰਦੇ ਇਹਦਾ ਰੰਗ ਚਿੱਟਾ ਹੋ ਗਿਆ। ਤਮ ਗੁਣ ਸ਼ਾਮ ਸੋ ਸਿਵ ਬਖਿਆਤੀ, ਪ੍ਰਗਟ ਹੀ ਸ਼ਿਵ ਜੀ ਮਹਾਰਾਜ ਦਾ ਤਮੋ ਗੁਣ ਸੁਭਾਅ ਹੈ ਤੇ ਇਹਨਾਂ ਦਾ ਸ਼ਿਆਮ ਰੰਗ ਕਾਲਾ ਹੈ। ਬਿਸ਼ਨ ਧਿਆਨ ਕਰ ਹੀ ਦਿਨ ਰਾਤੀ, ਤੇ ਵਿਸ਼ਨੂੰ ਕਹਿੰਦੇ ਇਹਨਾਂ ਦਾ ਧਿਆਨ ਧਾਰਨ ਕਰਦੇ ਨੇ ਦਿਨੇ ਰਾਤ। ਸ਼ਾਮ ਰੂਪ ਭਾ ਕਾਰਨ ਇਹੀ, ਤੇ ਉਹਦਾ ਰੰਗ ਕਾਲਾ ਹੋ ਗਿਆ ਕਹਿੰਦੇ ਇਹ ਕਾਰਨ ਹੈ। ਇੱਥੇ ਇਉਂ ਦੱਸਿਆ ਜਾਂਦਾ ਹੈ ਕਿ ਜਿਸ ਤਰ੍ਹਾਂ ਕਹਿੰਦੇ ਗੁਰੂ ਧਾਰਨ ਦੀ ਮਰਜ਼ਾਦਾ ਹੈ, ਕਹਿੰਦੇ ਜਿਸ ਵੇਲੇ ਸੋ ਮਾਲਕ ਵਾਹਿਗੁਰੂ ਪਰਮੇਸ਼ਵਰ ਜੀ ਨੇ ਹੁਕਮ ਦੇ ਨਾਲ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਵਾਹਿਗੁਰੂ ਜੀ ਨੇ ਮਾਇਆ ਦੀ ਰਚਨਾ ਕੀਤੀ, ਜੜ ਸੀ ਆਪਣੀ ਚੇਤਨ ਸੱਤਾ ਪਾ ਕਰਕੇ ਇਸ ਤੋਂ ਤਿੰਨ ਚੇਲੇ ਜਿਹੜੇ ਪੈਦਾ ਕੀਤੇ, ਇਹ ਤਿੰਨੋਂ ਗੁਣ ਨੇ, ਬ੍ਰਹਮਾ ਵਿਸ਼ਨੂੰ ਤੇ ਸ਼ਿਵ ਜੀ ਹਨ। ਕਹਿੰਦੇ ਜਿਸ ਵੇਲੇ ਇਹ ਤਿੰਨੇ ਹੀ ਪ੍ਰਗਟ ਕੀਤੇ, ਇਹਨਾਂ ਸੋਚਿਆ ਗੁਰੂ ਕਿਹਨੂੰ ਧਾਰੀਏ, ਤਾਂ ਉਸ ਵੇਲੇ ਦਾ ਇਹ ਇਸ ਤਰੀਕੇ ਦੇ ਨਾਲ ਹਿੰਦੂ ਧਰਮ ਦਾ ਵਿਚਾਰ ਇਹ ਹੈ। ਕਹਿੰਦੇ ਨੇ ਭਈ ਵਿਸ਼ਨੂੰ ਨੇ ਕਹਿੰਦੇ ਇਸ ਪ੍ਰਕਾਰ ਸ਼ਿਵ ਜੀ ਨੂੰ ਗੁਰੂ ਧਾਰ ਲਿਆ ਤੇ ਸ਼ਿਵ ਜੀ ਨੇ ਵਿਸ਼ਨੂੰ ਧਾਰਨ ਕਰ ਲਿਆ, ਇੱਕ ਦੂਜੇ ਦਾ ਧਿਆਨ ਕਰਨ ਲੱਗ ਪਏ ਤੇ ਕਹਿੰਦੇ ਇਹਨਾਂ ਦੇ ਰੰਗ ਬਦਲ ਗਏ। ਚਿੱਟਾ ਰੰਗ ਵਿਸ਼ਨੂੰ ਦਾ ਕਹਿੰਦੇ ਸ਼ਿਵ ਜੀ ਦਾ ਹੋ ਗਿਆ, ਸ਼ਿਵ ਜੀ ਦਾ ਕਾਲਾ ਰੰਗ ਕਹਿੰਦੇ ਉਹ ਜਿਹੜਾ ਸੀ ਵਿਸ਼ਨੂੰ ਨੇ ਧਾਰਨ ਕਰ ਲਿਆ। ਇਸ ਗੱਲ ਨੂੰ ਇਹ ਪ੍ਰਗਟ ਕਰ ਰਹੇ ਨੇ ਕਵੀ ਜੀ। ਭੇ ਵਿਪਰੀਤ ਰੰਗ ਦੋ ਦੇਹੀ, ਦੋਨਾਂ ਦੇ ਸਰੀਰਾਂ ਦੇ ਰੰਗ ਜਿਹੜੇ ਸਨ ਇਹ ਉਲਟ ਹੋ ਗਏ ਇੱਕ ਦੂਜੇ ਦੇ। ਕਿਨ ਮੈਂ ਭੇਦ ਨਾ ਰੰਚਕ ਜਾਨੋ, ਇਸ ਵਾਸਤੇ ਕਹਿੰਦੇ ਨੇ ਇਹ ਸ਼ਿਵ ਜੀ ਦਾ ਤੇ ਵਿਸ਼ਨੂੰ ਮਹਾਰਾਜ ਦਾ ਕੋਈ ਭੇਦ ਨਾ ਸਮਝੋ, ਇੱਕੋ ਹੀ ਆ ਇਹ। ਦੋਇ ਸਰੂਪ ਇੱਕ ਜੋਤ ਪਛਾਨੋ, ਜੋਤ ਇੱਕੋ ਹੀ ਆ, ਦੋਨਾਂ ਸਰੂਪਾਂ ਦੇ ਵਿੱਚ ਜਾਣ ਲਓ। ਅਬ ਸੁਨ ਨਾਮ ਲਿਖਿਓ ਜਿਉ ਕਹੋ, ਇਸ ਵਾਸਤੇ ਕਹਿੰਦੇ ਨੇ ਰਾਮ ਭਗਵਾਨ ਜੀ ਜਿਹੜੇ ਸਨ ਵਿਸ਼ਨੂੰ ਦਾ ਅਵਤਾਰ ਸਨ, ਕਿਉਂਕਿ ਵਿਸ਼ਨੂੰ ਜੀ ਸ਼ਿਵ ਜੀ ਦੀ ਪੂਜਾ ਕਰਦੇ ਸਨ। ਇਸ ਵਾਸਤੇ ਰਾਮ ਜੀ ਨੇ ਇੱਥੇ ਸ਼ਿਵਲਿੰਗ ਰੱਖ ਕਰਕੇ ਉਹਦੀ ਪੂਜਾ ਕੀਤੀ। ਉਹਦਾ ਜਵਾਬ ਇਹ ਦਿੱਤਾ ਹੈ। ਤਾਂ ਕਹਿੰਦੇ ਜਿਹੜਾ ਹੁਣ ਦੂਸਰਾ ਤੁਸੀਂ ਸਵਾਲ ਕੀਤਾ, ਸ਼ੰਕਾ ਹੈ ਕਿ ਪੱਥਰਾਂ ਤੇ ਨਾਮ ਲਿਖ ਕੇ ਧਾਰੇ, ਉਹਦੀ ਗੱਲ ਸੁਣੋ। ਤੇਰੇ ਉਰ ਕਾ ਸੰਸਾ ਦਹੋ, ਤੁਹਾਡੇ ਮਨ ਦਾ ਸ਼ੰਕਾ ਜਿਹੜਾ ਦੂਰ ਕਰਦੇ ਹਾਂ। ਰੂਪ ਦੇਖ ਉਦਰੇ ਹੈ ਥੋਰੇ, ਦੇਖੋ ਅਵਤਾਰਾਂ ਦਾ ਗੁਰੂਆਂ ਦੇ ਦਰਸ਼ਨ ਸਰੂਪ ਦਾ ਕਰਕੇ ਥੋੜਿਆਂ ਦਾ ਉਧਾਰ ਹੋਇਆ ਜੀਵਾਂ ਦਾ। ਜਪਤ ਨਾਮ ਕੋ ਤਰੇ ਕਰੋਰੇ, ਪਰ ਨਾਮ ਜਪ ਕਰਕੇ ਕਰੋੜਾਂ ਦਾ ਹੀ ਉਧਾਰ ਹੋਇਆ ਹੈ। ਨਾਮੀ ਤੇ ਹੈ ਨਾਮ ਵਡਾਈ, ਇਸ ਵਾਸਤੇ ਜਿਹੜਾ ਨਾਮ ਦਾ ਮਾਲਕ ਹੈ ਨਾ, ਉਹਦੇ ਨਾਲੋਂ ਨਾਮ ਦੀ ਵਡਿਆਈ ਵੱਡੀ ਹੈ। ਕਵੀ ਸਾਹਿਬ ਜੀ ਨੇ ਪਹਿਲੇ ਮੰਗਲਾ ਚਰਨਾਂ ਦੇ ਵਿੱਚ ਇਹਦੇ ਬਾਰੇ ਬੜੇ ਮੰਗਲ ਰਚੇ ਨੇ ਕਿ ਨਾਮ ਜਿਹੜਾ ਉਹ ਵੱਡਾ ਹੈ, ਬਲਕਿ ਜਿਹਦਾ ਮਾਲਕ ਦੇ ਸਰੀਰ ਦੇ ਨਾਲੋਂ ਨਾਮ ਵੱਡਾ, ਇਉਂ ਦਰਸਾਇਆ ਹੈ। ਮਹਿਮਾ ਆਪੇ ਰਾਮ ਲਿਖਾਈ, ਇਸ ਵਾਸਤੇ ਰਾਮ ਜੀ ਨੇ ਆਪਣੇ ਸਰੀਰ ਦੇ ਨਾਲੋਂ ਨਾਮ ਦੀ ਮਹਿਮਾ ਵੱਡੀ ਦੱਸੀ ਹੈ। ਬਾਂਧ ਸੇਤ ਪੁਨ ਕੀਨ ਪਿਆਨਾ, ਇਸ ਤਰ੍ਹਾਂ ਪੱਥਰਾਂ ਤੇ ਰਾਮ ਦਾ ਨਾਮ ਲਿਖ ਕੇ ਤਾਰ ਦਿੱਤੇ ਸਨ, ਕਿਉਂਕਿ ਨਾਮ ਜਪ ਕਰਕੇ ਬਹੁਤਿਆਂ ਦਾ ਉਧਾਰ ਹੁੰਦਾ ਹੈ। ਇਉਂ ਕਹਿੰਦੇ ਪੱਥਰ ਤਾਰ ਕੇ ਪੁਲ ਬਣਾਇਆ ਸੀ। ਹਨੇ ਦੈਂਤ ਜਨ ਮਨ ਅਭਿਮਾਨਾ, ਜਿਹੜਾ ਦੈਂਤਾਂ ਦੇ ਵਿੱਚ ਰਾਵਣ ਤੇ ਉਹਦੇ ਹੋਰ ਜਿਹੜੇ ਨਾਲ ਦੇ ਸਨ ਦੈਂਤ
ਹੰਕਾਰੀ ਸਨ, ਉਹਨਾਂ ਦਾ ਵਿਨਾਸ਼ ਕੀਤਾ ਸੀ ਜਾ ਕੇ। ਸੁਨ ਮਰਦਾਨਾ ਬੂਝਣ ਲਾਗਾ, ਮਰਦਾਨਾ ਪੁੱਛਣ ਲੱਗਾ ਸੁਣ ਕਰਕੇ, ਰਗਬਰ ਕਥਾ ਸੁਨਨ ਅਨਰਾਗਾ। ਹਰ ਰਾਮ ਜੀ ਦੀ ਕਥਾ ਸੁਣਾਓ, ਮਹਾਰਾਜ ਮਨ ਚਿੱਤ ਕਰਦਾ ਹੈ ਸੁਣਨ ਨੂੰ। ਬਾਦ ਉਦਦ ਕਿਉ ਪਾਰ ਪਧਾਰੇ, ਤੋ ਮਹਾਰਾਜ ਵੀ ਪੁਲ ਬਨ ਕੇ ਕਿਉਂ ਗਏ ਸੀ ਲੰਕਾ ਦੇ ਵਿੱਚ? ਲੰਕ ਵਿਖੇ ਕਿਉ ਦੈਂਤ ਸੰਘਾਰੇ। ਲੰਕਾ ਵਿੱਚ ਜਾ ਕਰਕੇ ਕੀ ਲੋੜ ਪਈ ਸੀ ਦੈਂਤਾਂ ਨੂੰ ਮਾਰਨ ਦੀ? ਸਰਬ ਪ੍ਰਸੰਗ ਸੁਨਾਵਹੁ ਮੋਹੀ, ਮਹਾਰਾਜ ਸਾਰਾ ਪ੍ਰਸੰਗ ਜਿਹੜਾ ਮੈਨੂੰ ਸੁਣਾਓ ਕਿਰਪਾ ਕਰਕੇ। ਰਾਵਰ ਤੇ ਕੁਛ ਗੁਪਤ ਨ ਹੋਹੀ, ਕਿਉਂਕਿ ਆਪ ਜੀ ਤੋਂ ਕੋਈ ਵੀ ਗੁਪਤ ਨਹੀਂ ਹੈ। ਸੁਨ ਕੇ ਬੋਲੇ ਪਰਮ ਪਰਬੀਨਾ, ਮੇਰੇ ਧੰਨ ਗੁਰੂ ਅੰਤਰਜਾਮੀ ਸਤਿਗੁਰੂ ਮਹਾਨ ਸਤਿਗੁਰੂ ਜੀ ਬੋਲੇ ਸੁਣ ਕੇ। ਇੱਕ ਦਸ਼ਰਥ ਨ੍ਰਿਪ ਹੁਤੋ ਕੁਲੀਨਾ, ਉੱਚੀ ਕੁਲ ਵਾਲੇ ਇੱਕ ਦਸ਼ਰਥ ਰਾਜਾ ਜੀ ਹੋਏ ਹਨ। ਤ੍ਰੈ ਰਾਨੀ ਤਿਹ ਲੀਨ ਬੇਵਾਹੀ, ਉਸ ਦੀਆਂ ਰਾਜਾ ਸੀ, 3 ਰਾਣੀਆਂ ਨਾਲ ਸ਼ਾਦੀ ਕੀਤੀ ਸੀ ਉਸਨੇ। ਕੁਸ਼ਲਿਆ ਕੈ ਕੇਈ ਆਹੀ, ਇਹ ਪਹਿਲੀ ਸੀ ਇਸ ਪ੍ਰਕਾਰ ਕੁਸ਼ਲਿਆ ਸੀ, ਕਕਈ ਦੂਸਰੀ ਸੀ। ਬਹੁਰ ਸੁਮਿਤਰਾ ਜਾਨੁ ਨਾਰੀ, ਫਿਰ ਕਹਿੰਦੇ ਤੀਸਰੀ ਸੁਮਿਤਰਾ ਸੀ ਉਸ ਦੀ ਇਸ ਪ੍ਰਕਾਰ ਨਾਰੀ ਇਸਤਰੀ ਜੋ ਸੀ। ਤਿੰਨ ਤੇ ਜਨਮਤ ਭੇ ਸੁਤ ਚਾਰੀ, ਇਹਨਾਂ 3 ਰਾਣੀਆਂ ਤੋਂ 4 ਪੁੱਤਰਾਂ ਦਾ ਜਨਮ ਹੋਇਆ। ਜੇਸ਼ਟ ਕੁਸ਼ਲਿਆ ਤੇ ਰਾਮੂ, ਤੋ ਕਹਿੰਦੇ ਨੇ ਜੋ ਵੱਡਾ ਪੁੱਤਰ ਸੀ ਕੁਸ਼ਲਿਆ ਜੀ ਤੋਂ ਭਗਵਾਨ ਰਾਮ ਜੀ ਦਾ ਜਨਮ ਹੋਇਆ। ਕੇਕਈ ਕੇਰ ਭਰਤ ਭਾ ਨਾਮੂ, ਕਕਈ ਤੋਂ ਜਿਹੜਾ ਭਰਤ ਸੀ ਉਸ ਦਾ ਜਨਮ ਹੋਇਆ। ਲਛਮਨ ਬਹੁਰ ਸ਼ਤਰ ਘਨ ਜੋ, ਤਾਂ ਲਛਮਣ ਤੇ ਸ਼ਤਰੂਘਨ ਜਿਹੜੇ ਦੋਨੋਂ ਸਨ ਇਹ। ਜਨੇ ਸੁਮਿਤਰਾ ਨੰਦਨ ਦੋ, ਤੇ ਇਹ ਮਾਤਾ ਸੁਮਿਤਰਾ ਤੋਂ ਇਹਨਾਂ ਦੋਨਾਂ ਦਾ ਜਨਮ ਹੋਇਆ। ਕਾਮ ਸਮਾਨ ਰੂਪ ਜਿਨ ਕੇਰੇ, ਬੜੇ ਸੁੰਦਰ ਸਰੂਪ ਸਨ ਇਹਨਾਂ ਦੇ। ਖੇਲਤ ਹੋਤ ਸਰੀਰ ਵਡੇਰੇ, ਖੇਲਦਿਆਂ ਹੋਇਆਂ ਸਰੀਰ ਵੱਡੇ ਹੋਏ ਇਹਨਾਂ ਦੇ ਜਦੋਂ। ਬਿਸਮਿਤਰਾ ਹੁਤੋ ਮਨ ਰਾਈ, ਮੁਨੀ ਜਿਹੜੇ ਮੁਨੀ ਲੋਕ ਸਨ ਉਹਨਾਂ ਮੁਨੀਆਂ ਦਾ ਰਾਜਾ ਸੀ ਵਿਸ਼ਵਾਮਿੱਤਰ ਉਸ ਵੇਲੇ। ਜਗ ਕਰਨ ਤਿਨ ਸੌਜ ਬਨਾਈ, ਇਹ ਮੁਨੀ ਸੀ ਵਿਸ਼ਵਾਮਿੱਤਰ, ਇਸ ਨੇ ਜੰਗ ਕਰਨ ਵਾਸਤੇ ਸਮੱਗਰੀ ਇਕੱਠੀ ਕੀਤੀ, ਜੰਗ ਕਰਨਾ ਸੀ। ਬਿਗਨ ਕੀਨ ਤਬ ਦੈਂਤ ਨ ਆਈ, ਤੇ ਦੈਂਤਾਂ ਨੇ ਆਣ ਕਰਕੇ ਵਿਘਨ ਕੀਤਾ, ਇਹਦਾ ਜੰਗ ਪੂਰਾ ਨਹੀਂ ਸੀ ਹੋਣ ਦਿੰਦੇ। ਮਖ ਕਰਨੇ ਤੇ ਦੀਨ ਹਟਾਈ, ਤੇ ਇਸ ਨੂੰ ਜੰਗ ਕਰਨ ਤੋਂ ਕਹਿੰਦੇ ਰੋਕ ਦਿੱਤਾ ਸੀ 2 ਦੈਂਤਾਂ ਨੇ ਆਣ ਕੇ। ਬੈਠ ਮੁਨੀਸੁਰ ਕੀਨੋ ਧਿਆਨਾ, ਤੇ ਫਿਰ ਕਹਿੰਦੇ ਨੇ ਇਹ ਵਿਸ਼ਵਾਮਿੱਤਰ ਮੁਨੀ ਸੀ, ਇਸ ਨੇ ਫਿਰ ਬੈਠ ਕਰਕੇ ਆਪਣਾ ਧਿਆਨ ਜੋੜਿਆ ਵੀ ਮੈਂ ਆਪਣਾ ਜੰਗ ਕਿਵੇਂ ਪੂਰਾ ਕਰ ਸਕਾਂ। ਇਹ ਜਿਹੜੇ 2 ਦੈਂਤ ਸੁਭਾ ਤੇ ਮਰੀਚ ਨੇ ਇਹ ਜਿੰਨੀ ਕੁ ਸਮੱਗਰੀ ਤਿਆਰ ਕਰਦੇ ਸਨ ਲੰਗਰ ਦੀ, ਇਹ ਰਾਤ ਨੂੰ ਖਰਾਬ ਕਰ ਜਾਂਦੇ ਸਨ। ਫਿਰ ਇਸ ਨੇ ਆਪਣਾ ਅੰਤਰ ਧਿਆਨ ਹੋ ਕਰਕੇ ਸਮਾਧੀ ਲਾ ਕੇ ਦੇਖਿਆ ਵੀ ਇਹ ਕੌਣ ਖਰਾਬ ਕਰਦਾ ਤੇ ਇਹਦਾ ਇਲਾਜ ਕੀ ਕਰੀਏ। ਜਗਤ ਸਰਬ ਬਰਤੰਤ ਪਛਾਨਾ, ਤੋ ਸਾਰੇ ਜਗਤ ਦੇ ਪ੍ਰਸੰਗ ਨੂੰ ਇਹਨਾਂ ਪਛਾਣਿਆ। ਫਿਰ ਰਾਵਣ ਤੇ ਦੇਵਨ ਦੁਖ ਪਾਈ, ਇਸ ਪ੍ਰਕਾਰ ਸੋ ਜਿਹੜੇ ਦੇਵਤੇ ਸਨ ਰਾਵਣ ਉਹਨਾਂ ਨੂੰ ਦੁਖੀ ਕਰਦਾ ਸੀ। ਗਏ ਅਕਾਲ ਪੁਰਖ ਸ਼ਰਨਾਈ, ਤੇ ਦੇਵਤੇ ਅਕਾਲ ਪੁਰਖ ਦੀ ਸ਼ਰਨ ਵਿੱਚ ਗਏ। ਭਾਖ ਪ੍ਰਸ਼ੰਸਾ ਬਿਨਤੀ ਕੀਨੀ, ਤੋ ਬੜੀ ਪ੍ਰਸ਼ੰਸਾ ਕਰਕੇ ਕਹਿੰਦੇ ਭਗਵਾਨ ਦੀ ਇਸ ਪ੍ਰਕਾਰ ਬੇਨਤੀ ਕੀਤੀ, ਅਰਦਾਸ ਕੀਤੀ ਮਹਾਰਾਜ ਦੇ ਅੱਗੇ। ਸ੍ਰੀ ਕਰਤਾਰ ਸਰਬ ਜਬ ਚੀਨੀ, ਜਦੋਂ ਭਗਵਾਨ ਵਿਸ਼ਨੂੰ ਕਰਤਾਰ ਨੇ ਕਹਿੰਦੇ ਇਸ ਪ੍ਰਕਾਰ ਸਾਰੀ ਗੱਲ ਜਾਣ ਲਈ ਤਾਂ ਤਬ ਸ੍ਰੀ ਵਿਸ਼ਨ ਧਰਿਓ ਅਵਤਾਰਾ, ਵਿਸ਼ਨੂੰ ਮਹਾਰਾਜ ਕੋਲ ਜਦੋਂ ਬੇਨਤੀ ਦੇਵਤਿਆਂ ਕੀਤੀ ਤਾਂ ਵਿਸ਼ਨੂੰ ਮਹਾਰਾਜ ਫਿਰ ਅਵਤਾਰ ਧਾਰਨ ਕੀਤਾ ਸੀ। ਦੈਂਤ ਸਰਬ ਕੋ ਕਰਹਿ ਸੰਘਾਰਾ, ਇਹ ਜਿਹੜੇ ਦੈਂਤ ਤੰਗ ਕਰਦੇ ਨੇ ਉਹਨਾਂ ਦਾ ਇਹ ਰਾਮ ਦਾ ਅਵਤਾਰ ਧਾਰਿਆ ਵਿਸ਼ਨੂੰ ਨੇ ਉਹਨਾਂ ਦਾ ਵਿਨਾਸ਼ ਕਰਨ ਵਾਸਤੇ। ਕਰਕੇ ਧਿਆਨ ਲਖਿਓ ਅਸ ਜਬ ਹੀ, ਜਦੋਂ ਜਾਣ ਲਿਆ ਕਿ ਇਹਨਾਂ ਦੈਂਤਾਂ ਦਾ ਨਾਸ਼ ਕਰਨ ਵਾਸਤੇ ਵਿਸ਼ਨੂੰ ਮਹਾਰਾਜ ਨੇ ਅਵਤਾਰ ਧਾਰਿਆ ਭਗਵਾਨ ਰਾਮ ਦਾ, ਇਹ ਕਹਿੰਦੇ ਵਿਸ਼ਵਾਮਿੱਤਰ ਜੀ ਨੇ ਧਿਆਨ ਜੋੜ ਕਰਕੇ ਜਦੋਂ ਵੇਖ ਲਿਆ ਤੇ ਸਮਝ ਲਿਆ। ਆਇਓ ਅਯੁਧਿਆ ਮੁਨਵਰ ਤਬ ਹੀ, ਇਹ ਸ਼੍ਰੇਸ਼ਟ ਮੁਨੀ ਜਿਹੜਾ ਸੀ ਇਸ ਪ੍ਰਕਾਰ ਸੋ ਕਹਿੰਦੇ ਨੇ ਇਸ ਪ੍ਰਕਾਰ ਸੋ ਆਇਆ ਫਿਰ ਇਸ ਪ੍ਰਕਾਰ ਚੱਲ ਕਰਕੇ ਸੋ ਦਸ਼ਰਥ ਦੇ ਪਾਸ। ਨਿਰਪਨੈ ਸਨਮਾਨਿਓ ਕਰ ਬੰਦਨ, ਸੋ ਇਸ ਪ੍ਰਕਾਰ ਦਸ਼ਰਥ ਰਾਜੇ ਨੇ ਬੜਾ ਸਤਿਕਾਰ ਕੀਤਾ ਵੀ ਮੁਨੀ ਜੀ ਆਏ ਨੇ, ਤਪਸਵੀ ਹਨ, ਸਾਡੇ ਕੋਲ ਆਏ ਹਨ। ਕੀਨੋ ਜਾਚਨ ਜੇਸ਼ਟ ਨੰਦਨ, ਉਹਨਾਂ ਨੇ ਆਣ ਕਰਕੇ ਮੰਗ ਕੀਤੀ ਰਾਜਨ ਇਹ ਵੱਡਾ ਪੁੱਤਰ ਭਗਵਾਨ ਰਾਮ ਜਿਹੜਾ ਹੈ ਇਹ ਤੂੰ ਮੈਨੂੰ ਦੇ, ਸੋ ਮੇਰਾ ਕੰਮ ਹੈ। ਲੈ ਨਿਰਪ ਤੇ ਰਗ ਬਰ ਬਰਿਆਈ, ਤੋ ਇਸ ਪ੍ਰਕਾਰ ਮੱਲੋ ਜੋਰੀ ਰਾਮ ਭਗਵਾਨ ਜੀ ਨੂੰ ਲੈ ਕਰਕੇ ਇਹ ਮੁਨੀ ਜਿਹੜਾ ਸੀ ਦਸ਼ਰਥ ਤੋਂ ਲੈ ਕੇ ਚੱਲ ਪਿਆ। ਆਸ਼ਰਮ ਗਮਨਿਓ ਹਰਖ ਬਡਾਈ, ਬੜਾ ਖੁਸ਼ ਹੋ ਕਰਕੇ ਆਪਣੇ ਆਸ਼ਰਮ ਨੂੰ ਜਦੋਂ ਗਿਆ ਹੈ ਤਾਂ ਮਾਰਗ ਵਿਖੇ ਤਾਰਕਾ ਮਾਰੀ, ਤੋ ਰਸਤੇ ਵਿੱਚ ਜਾਂਦਿਆਂ ਹੋਇਆਂ ਇੱਕ ਤਾਰਕਾ ਰਾਖਣੀ ਸੀਗੀ ਰਾਹ ਦੇ ਵਿੱਚ,
ਇਹ ਵੀ ਵਿਘਨ ਕਰਦੀ ਸੀ, ਉਹਦਾ ਵਿਨਾਸ਼ ਕੀਤਾ ਭਗਵਾਨ ਰਾਮ ਨੇ। ਦੋਏ ਦੈਂਤ ਆਏ ਬਲ ਭਾਰੀ, ਤੇ ਇਹ ਜਿਹੜੀ ਸੀ ਇਸ ਪ੍ਰਕਾਰ ਰਾਖਸ਼ਣੀ ਸੀ, ਤੇ ਇਹਦੇ ਪੁੱਤਰ ਹੋਣਗੇ ਇਹ ਦੋ ਦੈਂਤ ਫਿਰ ਆਗੇ ਸਾਹਮਣੇ। ਬਿਨ ਫਰ ਸਰ ਮਰੀਚ ਕੈ ਮਾਰਾ, ਤੋ ਕਹਿੰਦੇ ਨੇ ਜਿਹੜਾ ਮਰੀਚ ਮੂਹਰੇ ਆਇਆ ਨਾ, ਤੇ ਭਗਵਾਨ ਰਾਮ ਜੀ ਨੇ ਜਿਹੜਾ ਤੀਰ ਇਸ ਨੂੰ ਮਾਰਿਆ ਨਾ, ਉਹਦੇ ਮੂਹਰੇ ਮੁਖੀ ਨਹੀਂ ਸੀ ਲਾਈ ਹੋਈ, ਤੇ ਉਹ ਇਸ ਪ੍ਰਕਾਰ ਤੀਰ ਮਾਰ ਕਰਕੇ ਇਸ ਮਰੀਚ ਦੇ ਤਾਈਂ ਜਾਏ ਪਰਿਓ ਲੰਕਾ ਕੇ ਦਵਾਰਾ, ਇਹ ਤੇ ਲੰਕਾ ਦੇ ਵਿੱਚ ਜਾ ਕਰਕੇ ਡਿੱਗਿਆ ਭਗਵਾਨ ਦੇ ਤੀਰ ਦੇ ਨਾਲ। ਹਨਿਓ ਸੋ ਬਾਹੂ ਰਾਮ ਪੁਨ ਤੂਰਨ, ਤੇ ਭਗਵਾਨ ਰਾਮ ਜੀ ਦੂਸਰਾ ਦੈਂਤ ਜਿਹੜਾ ਸੁਬਾਹ ਸੀ ਉਹ ਮੂਹਰੇ ਆਇਆ, ਉਸ ਨੂੰ ਦੂਸਰਾ ਤੀਰ ਮਾਰਿਆ ਇਹਨਾਂ ਨੇ ਮੁਖੀ ਵਾਲਾ। ਰਿਖਵਰ ਕੀਨੋ ਮਖ ਸੰਪੂਰਨ, ਇਹ ਦੋਨੋਂ ਦੈਂਤਾਂ ਦਾ ਤੇ ਰਾਖਸ਼ਣੀ ਦਾ ਵਿਨਾਸ਼ ਭਗਵਾਨ ਰਾਮ ਨੇ ਕੀਤਾ ਜਦੋਂ, ਤਾਂ ਬੜੇ ਪ੍ਰੇਮ ਦੇ ਨਾਲ ਫਿਰ ਉਸ ਨੇ ਆਪਣਾ ਜਗ ਜਿਹੜਾ ਸੰਪੂਰਨ ਕੀਤਾ ਮੁਨੀ ਨੇ। ਤਹ ਸ਼ਨ ਜਨਕ ਦੂਤ ਚੱਲ ਆਵਾ, ਇੰਨੇ ਨੂੰ ਸੋ ਇਸ ਪ੍ਰਕਾਰ ਰਾਜੇ ਜਨਕ ਦਾ ਕਹਿੰਦੇ ਦੂਤ ਚੱਲ ਕੇ ਆ ਗਿਆ ਇਹਨਾਂ ਦੇ ਆਸ਼ਰਮ ਦੇ ਵਿੱਚ। ਸੁਤਾ ਸਵੰਬਰ ਜਾਹੇ ਰਚਾਵਾ, ਇਸ ਪ੍ਰਕਾਰ ਜਿਸ ਨੇ ਆਪਣੀ ਪੁੱਤਰੀ ਦਾ ਸਵੰਬਰ ਰਚਾਇਆ ਸੀ, ਰਾਜੇ ਮਹਾਰਾਜਿਆਂ ਦਾ ਉਹਨਾਂ ਸਮਿਆਂ ਵਿੱਚ ਇਹ ਤਰੀਕਾ ਹੁੰਦਾ ਸੀ ਰਾਜਕੁਮਾਰੀਆਂ ਦੀ ਸ਼ਾਦੀ ਦਾ। ਲੀਨ ਮੁਨੀ ਸੰਗ ਦੋਨੋਂ ਭਾਈ, ਤਾਂ ਇਹ ਮੁਨੀ ਨੇ ਦੋਨੋਂ ਭਰਾਵਾਂ ਨੂੰ ਨਾਲ ਭਗਵਾਨ ਰਾਮ ਤੇ ਲਛਮਣ ਨੂੰ ਲੈ ਲਿਆ। ਗਇਓ ਬਦੇਹ ਨਗਰ ਜਿਹ ਥਾਈ, ਇਹ ਰਾਜਾ ਜਨਕ ਬਦੇਹੀ ਜਿਹੜਾ ਸੀ ਜਨਕਪੁਰੀ ਵਿੱਚ ਕਹਿੰਦੇ ਚਲਾ ਗਿਆ ਹੈ ਮੁਨੀ ਲੈ ਕੇ ਇਹਨਾਂ ਨੂੰ। ਤਹ ਬਹੁ ਭੂਪਨ ਭਇਓ ਸਮਾਜਾ, ਬੜਾ ਰਾਜਿਆਂ ਦਾ ਇਕੱਠ ਹੋਇਆ, ਰਾਜਕੁਮਾਰ ਇਕੱਠੇ ਹੋਏ ਉੱਥੇ। ਧਨ ਤੋਰਨ ਕੋ ਸਰਿਓ ਨਾ ਕਾਜਾ, ਉੱਥੇ ਸ਼ਰਤ ਰੱਖੀ ਸੀ, ਇਹ ਸ਼ਿਵ ਜੀ ਦਾ ਧਨਕ ਸੀ ਉੱਥੇ ਰੱਖਿਆ ਹੋਇਆ। ਕਹਿੰਦੇ ਵੀ ਜਿਹੜੀ ਸੀਤਾ ਸੀ ਇਸ ਪ੍ਰਕਾਰ ਇਹ ਜਦੋਂ ਝਾੜੂ ਦਿੰਦੀ ਇੱਕ ਹੱਥ ਨਾਲ ਧਨਕ ਨੂੰ ਚੁੱਕ ਕਰਕੇ ਝਾੜੂ ਦੇ ਦਿੰਦੀ ਹੁੰਦੀ ਸੀ। ਤੇ ਰਾਜੇ ਜਨਕ ਨੇ ਸੋਚਿਆ ਵੀ ਜਿਹੜਾ ਐਸਾ ਕੋਈ ਬਲੀ ਸੂਰਮਾ ਹੋਵੇ ਜਿਹੜਾ ਇਸ ਧਨਖ ਨੂੰ ਤੋੜੇ, ਇਹਦੇ ਧਨਖ ਦੇ ਉੱਤੇ ਚਿੱਲਾ ਚੜਾ ਕੇ ਤੀਰ ਚਲਾ ਕੇ ਵਿਖਾਵੇ। ਤੋ ਕਹਿੰਦੇ ਇਸ ਤਰੀਕੇ ਦੇ ਨਾਲ ਸੋ ਜੋ ਸਭ ਰਾਜਕੁਮਾਰ ਇਕੱਠੇ ਹੋਏ ਉਹ ਧਨਖ ਰੱਖਿਆ ਗਿਆ, ਸ਼ਿਵ ਜੀ ਦਾ ਧਨਖ ਮੰਨਦੇ ਨੇ। ਤੋ ਕਹਿੰਦੇ ਜਿਸ ਵੇਲੇ ਕਿਸੇ ਤੋਂ ਨਾ ਉਸ ਪ੍ਰਕਾਰ ਉਹ ਚੁੱਕਿਆ ਗਿਆ ਨਾ ਟੁੱਟਿਆ, ਮਨ ਰਜਾਏ ਤੇ ਉਠਿਓ ਰਗਵੇਸਾ, ਤਾਂ ਜਿਸ ਵੇਲੇ ਇਸ ਪ੍ਰਕਾਰ ਸੋ ਮੁਨੀ ਜੀ ਨੇ ਇਸ ਪ੍ਰਕਾਰ ਆਗਿਆ ਕੀਤੀ ਰਾਮ ਜੀ ਨੂੰ ਕਿ ਹੁਣ ਤੁਸੀਂ ਉਠੋ, ਤੁਸੀਂ ਚੱਕੋ ਧਨਖ ਨੂੰ। ਉਸ ਵੇਲੇ ਕਹਿੰਦੇ ਨੇ ਰਾਮ ਜੀ ਉੱਠੇ ਹਨ। ਪੰਜਿਓ ਚਾਂਪੇ ਪਿਖਤ ਨਰੇਸਾ, ਤੇ ਰਾਜੇ ਦੇ ਵੇਖਦਿਆਂ ਹੀ ਸੋ ਉਸ ਤੇ ਚਿੱਲਾ ਇਹਨੇ ਜ਼ੋਰ ਨਾਲ ਚਾੜਿਆ ਕਿ ਧਨਖ ਹੀ ਜਿਹੜਾ ਸੀ ਤੋੜ ਦਿੱਤਾ ਸੀ ਉਹਨਾਂ ਨੇ। ਜਨਕ ਸੁਤਾ ਸੀਤਾ ਜਿਹ ਨਾਮੂ, ਤੋ ਜਿਹਦਾ ਨਾਮ ਸੀਤਾ ਸੀ ਜਨਕ ਦੀ ਸੁਪੁੱਤਰੀ ਸੀ ਉਸਨੇ। ਫੂਲ ਮਾਲ ਡਾਰੀ ਗਰ ਰਾਮੂ, ਤੋ ਫੁੱਲਾਂ ਦੀ ਮਾਲਾ ਜਿਹੜੀ ਭਗਵਾਨ ਰਾਮ ਦੇ ਗਲ ਵਿੱਚ ਪਾ ਕਰਕੇ ਇਹਨਾਂ ਨੂੰ ਵਰ ਚੁਣਿਆ ਸੀ। ਬਹੁਰੋ ਦਸ਼ਰਥ ਲੀਨ ਬੁਲਾਈ, ਤੇ ਫਿਰ ਦਸ਼ਰਥ ਨੂੰ ਬੁਲਾਇਆ ਇਸ ਤਰੀਕੇ ਦੇ ਨਾਲ ਮੁਨੀ ਨੇ। ਸੱਜ ਬਰਾਤ ਆਏ ਤੇ ਥਾਈ, ਤਾਂ ਉੱਥੇ ਬਰਾਤ ਸਜਾ ਕੇ ਰਾਜਾ ਦਸ਼ਰਥ ਫਿਰ ਪਹੁੰਚਾ ਸੀ। ਚਾਰ ਪੁੱਤਰ ਕੋ ਕੀਨ ਵਿਵਾਹ, ਤੇ ਬਾਕੀ ਦੇ ਵੀ ਤਿੰਨਾਂ ਪੁੱਤਰਾਂ ਦਾ ਫਿਰ ਉੱਥੇ ਹੀ ਵਿਆਹ ਕਰ ਦਿੱਤਾ ਚੌਹਾਂ ਦਾ ਹੀ। ਭਾ ਤਿਹ ਚਿਨ ਅਤਿਸ਼ੈ ਉਤਸ਼ਾਹ, ਬੜਾ ਭਾਰੀ ਉਤਸ਼ਾਹ ਹੋਇਆ ਉਸ ਵੇਲੇ ਕਹਿੰਦੇ ਸ਼ਾਦੀ ਦਾ। ਨਗਰ ਅਯੁੱਧਿਆ ਪੁਨ ਚਲ ਆਏ, ਉੱਥੋਂ ਸ਼ਾਦੀ ਕਰਕੇ ਜਨਕਪੁਰੀ ਵਿੱਚੋਂ ਫਿਰ ਕਹਿੰਦੇ ਅਯੁੱਧਿਆਪੁਰੀ ਵਿੱਚ ਚੱਲ ਕੇ ਆਏ ਵਾਪਸ। ਜਦੋਂ ਕਿਤਕ ਦਿਵਸ ਬਸ ਜਬੇ ਬਿਤਾਏ, ਕਿੰਨੇ ਕੁ ਦਿਨ ਜਦੋਂ ਉੱਥੇ ਵਸ ਕਰਕੇ ਸਮਾਂ ਗੁਜ਼ਾਰਿਆ ਤਾਂ ਭਰਤ ਵਿਦੇਸ਼ ਕੀਨ ਤਬ ਗਵਨੰ, ਤੋ ਜਿਹੜਾ ਭਰਤ ਸੀ ਉਹ ਵਿਦੇਸ਼ ਕਿਸੇ ਕਾਰਜ ਵਾਸਤੇ ਗਿਆ ਸੀ। ਰਗਬਰ ਰੁਚਰ ਬਿਰਾਜ ਹੈ ਭਵਨੰ, ਤੋ ਭਗਵਾਨ ਰਾਮਚੰਦਰ ਜੀ ਘਰ ਵਿੱਚ ਵਿਰਾਜਦੇ ਸਨ। ਦਸ਼ਰਥ ਆਪਨ ਅਵਸਥਾ ਦੇਖੀ, ਤੋ ਰਾਜੇ ਦਸ਼ਰਥ ਨੇ ਆਪਣੀ ਉਮਰ ਦੇਖੀ ਵਡੇਰੀ ਹੋਈ ਹੈ। ਦੇਉ ਰਾਜ ਸੁਤ ਚਾਹੇ ਵਸੇਖੀ, ਚਾਹੁੰਦਾ ਸੀ ਵਿਸ਼ੇਸ਼ ਕਰਕੇ ਮੈਂ ਹੁਣ ਆਪਣੇ ਪੁੱਤਰ ਨੂੰ ਰਾਜ ਦੇ ਦਿਆਂ। ਅਬ ਖੇਕਨ ਕੋ ਸਮਾ ਵਿਚਾਰੀ, ਸਮਾਂ ਵਿਚਾਰ ਕੀਤਾ ਵੀ ਹੁਣ ਮੈਂ ਅਵਖੇਕ ਭਾਵ ਜੋ ਰਾਜ ਤਿਲਕ ਦੇਣਾ ਹਾਂ ਦੇ ਦੇਵਾਂ ਰਾਮ ਜੀ ਨੂੰ। ਸਰਬ ਸੌਜ ਕੀਨੀ ਜਬ ਤਿਆਰੀ, ਸਾਰੀ ਸਮੱਗਰੀ ਤਿਆਰ ਕਰ ਲਈ ਹੈ ਕਿ ਰਾਜ ਗੱਦੀ ਹੁਣ ਦੇਣੀ ਹੈ। ਸੁਨਤ ਕਹਿ ਕੇਈ ਕੋ ਮਨ ਸੋਭਾ, ਜਦੋਂ ਕਕਈ ਨੇ ਕਹਿੰਦੇ ਇਹ ਸੁਣਿਆ ਵੀ ਰਾਮਚੰਦਰ ਜੀ ਨੂੰ ਰਾਜ ਤਿਲਕ ਦਸ਼ਰਥ ਰਾਜਾ ਦੇਣ ਲੱਗਾ ਹੈ, ਇਹਦੇ ਮਨ ਨੂੰ ਬੜਾ ਦੁੱਖ ਹੋਇਆ ਉਸ ਵੇਲੇ। ਰਾਜ ਲੈਨ ਸੁਤ ਭੋ ਕੋ ਭਾ ਲੋਭਾ, ਇਹਦੇ ਮਨ ਚ ਲਾਲਚ ਹੈ ਮੇਰਾ ਪੁੱਤਰ ਰਾਜ ਤੇ ਬੈਠੇ ਰਾਮ ਕਿਉਂ ਬੈਠੇ, ਇਹ ਈਰਖਾ ਹੋ ਗਈ ਮਨ ਵਿੱਚ। ਜਬ ਭੂਪਤ ਤਹਿ ਭਵਨ ਪਧਾਰਾ, ਜਿਸ ਵੇਲੇ ਰਾਜਾ ਤਿਆਰੀ ਕਰ ਲਈ ਸਾਰੀ ਇਹਦੇ ਭਵਨ ਵਿੱਚ ਗਿਆ ਹੈ ਜਦੋਂ ਰਾਜਾ ਰਹੇ ਰੂਠ ਨਹਿ ਬਚਨ ਉਚਾਰਾ, ਤਾਂ ਕਹਿੰਦੇ ਕਕਈ ਰੁੱਸ ਗਈ ਦਸ਼ਰਥ ਰਾਜੇ ਨਾਲ, ਬਚਨ ਨਾ ਕੀਤਾ ਕੋਈ। ਬਿਸਮਾਨਿਓ ਨਿਰਪ ਲਖ ਭੈ ਨਾਰੀ, ਤੋ ਇਸ ਪ੍ਰਕਾਰ ਰਾਜਾ ਬੜਾ ਹੈਰਾਨ ਹੋਇਆ ਵੀ ਇਹਨੂੰ ਕੀ ਗੱਲ ਹੋ ਗਈ ਹੈ।
ਚੰਦ ਬਦਨ ਹੈ ਪ੍ਰਾਨ ਪਿਆਰੀ। ਤਾਂ ਉਸ ਨੂੰ ਪ੍ਰੇਮ ਦੇ ਨਾਲ ਪੁੱਛਣ ਲੱਗਾ ਹੈ ਰਾਜਾ, ਚਾਹੋ ਜੋ ਲਿਹੋ ਕਰੋ ਕਿਉ ਰੋਸੂ। ਕਿਉਂ ਤੂੰ ਨਾਰਾਜ਼ ਹੋਈ ਹੈ? ਦੱਸ ਤੈਨੂੰ ਕੀ ਚਾਹੀਦਾ, ਮੰਗ ਤੂੰ। ਕਹਿ ਨ ਕੀਨ ਆਜ ਤਬ ਦੋਸੂ। ਤੂੰ ਕਿੰਨੇ ਅੱਜ ਕੋਈ ਦੋਸ਼ ਕੀਤਾ ਹੈ ਜਿਸ ਕਰਕੇ ਤੂੰ ਨਾਰਾਜ਼ ਹੋਈ ਹੈ? ਸੁਣ ਕੇ ਬੋਲੀ ਲਾਲਸ ਮਨ ਕੀ। ਤੂੰ ਕਹਿੰਦੇ ਜੋ ਮਨ ਦੀ ਲਾਲਸਾ ਸੀ ਨਾ, ਉਹ ਫਿਰ ਜ਼ਾਹਰ ਕੀਤੀ ਰਾਜੇ ਦਸ਼ਰਥ ਦੇ ਕੋਲ, ਕਹਿੰਦੀ ਹੈ ਪ੍ਰਤ ਪਾਲਾ ਕਰ ਆਪਨ ਬਚਨ ਕੀ। ਤੂੰ ਮੇਰੇ ਨਾਲ ਬਚਨ ਕੀਤਾ ਹੈ, ਉਹ ਬਚਨ ਦੀ ਪਾਲਣਾ ਕਰ। ਕਹਿੰਦੇ ਇਸ ਪ੍ਰਕਾਰ ਇਸ ਨੇ ਸੋ 2 ਵਰ ਲਏ ਹੋਏ ਸਨ, 2 ਬਚਨ ਲਏ ਸਨ। ਕਹਿੰਦੇ ਕਿਸੇ ਸਮੇਂ ਕੋਈ ਜੰਗ ਸੀ, ਉਹਦੇ ਵਿੱਚ ਇਹਦਾ ਰਥਵਾਹੀ ਜਦੋਂ ਮਾਰਿਆ ਗਿਆ ਰਾਜੇ ਦਸ਼ਰਥ ਦਾ, ਤੇ ਕਕਈ ਨੇ ਰਾਥੇ ਦਾ ਚਲਾ ਕੇ ਜੰਗ ਜਿੱਤਿਆ ਸੀ। ਉਸ ਵੇਲੇ ਪ੍ਰਸੰਨ ਹੋ ਕਰਕੇ ਇਹਨੇ ਬਚਨ ਦਿੱਤਾ ਸੀ ਤੁਮਾ, ਕਹਿੰਦੀ ਮੈਂ 2 ਬਚਨ ਲੈਣੇ ਨੇ, ਪਰ ਜਦੋਂ ਸਮਾਂ ਆਊਗਾ ਉਦੋਂ ਮੈਂ ਤੇਰੇ ਕੋਲ ਮੰਗਾਂਗੀ। ਇਉਂ ਕਹਿੰਦੇ ਹੁਣ ਸਮਾਂ ਹੈ, ਕਹਿੰਦੇ ਉਹ ਬਚਨ ਆਪਣੇ ਪੂਰੇ ਕਰੋ। ਦਵੈ ਬਰ ਦੇਨ ਕਹੇ ਜੋ ਮੋਹੂ। ਜੋ ਮੈਨੂੰ ਤੁਸੀਂ 2 ਬਚਨ ਦੇਣ ਵਾਸਤੇ ਕਿਹਾ ਹੋਇਆ ਹੈ, ਸੋ ਨਹਿ ਦਿਓ ਭਇਓ ਮੁਝ ਰੋਹੂ। ਤੋ ਇਸ ਪ੍ਰਕਾਰ ਤੁਸੀਂ ਮੈਨੂੰ ਦਿੱਤੇ ਨਹੀਂ, ਇਸ ਵਾਸਤੇ ਮੈਨੂੰ ਨਾਰਾਜ਼ਗੀ ਹੈ। ਦੇਹੋ ਅਬੇ ਤੋ ਜੀਵਨ ਮੇਰਾ। ਜੇ ਤੁਸੀਂ ਹੁਣ ਕਹਿੰਦੇ ਉਹ ਮੈਨੂੰ ਉਹ ਦੋਨੋਂ ਮੇਰੇ ਬਚਨ ਦਿਓ, ਤੇ ਤਾਂ ਕਹਿੰਦੇ ਮੈਂ ਜਿਉਂਦੀ ਹਾਂ। ਨਾ ਤੁਰ ਮਰਨ ਲਖੋ ਇਸ ਬੇਰਾ। ਨਹੀਂ ਤਾਂ ਕਹਿੰਦੇ ਫਿਰ ਮੇਰਾ ਸਮਝ ਲਓ ਮੈਂ ਤੇ ਫਿਰ ਮਰਾਂਗੀ, ਜੇ ਤੁਸੀਂ ਬਚਨ 2 ਮੇਰੇ ਪੂਰੇ ਨਾ ਕੀਤੇ ਤਾਂ। ਨਿਰਪਨੈ ਕਹਿਓ ਚਾਹੇ ਜੋ ਲੀਜੈ। ਤੋ ਰਾਜਾ ਕਹਿਣ ਲੱਗਾ ਵੀ ਜੋ ਤੂੰ ਇਸ ਪ੍ਰਕਾਰ ਚਾਹੁੰਦੀ ਹਾਂ ਲੈ ਲਾ। ਬੋਲੀ ਰਾਜ ਤਾਤ ਮੋਹ ਦੀਜੈ। ਤੋ ਕਹਿਣ ਲੱਗੀ ਫਿਰ ਠੀਕ ਹੈ, ਇੱਕ ਬਚਨ ਤਾਂ ਇਹ ਹੈ ਕਿ ਜਿਹੜਾ ਰਾਜ ਭਾਗ ਹੈ ਮੇਰੇ ਪੁੱਤਰ ਭਰਤ ਨੂੰ ਦੇ ਤੂੰ। ਭੂਪਤ ਆਪਣੋ ਬਚਨ ਨਾ ਹਾਰਿਓ। ਤੇ ਰਾਜੇ ਨੇ ਫਿਰ ਆਪਣਾ ਬਚਨ ਹਾਰਿਆ ਨਹੀਂ, ਸੋ ਕਹਿੰਦਾ ਜੇ ਹੁਣ ਮੈਂ ਬਚਨ ਦਿੱਤਾ ਹੋਇਆ, ਜੇ ਮੁਕਰਦਾ ਹਾਂ ਤਾਂ ਕਹਿੰਦੇ ਫਿਰ ਇਸ ਪ੍ਰਕਾਰ ਮੇਰੀ ਬਦਨਾਮੀ ਹੋਊ। ਫਿਰ ਕਹਿੰਦੇ ਰਾਜੇ ਨੇ ਬਚਨ ਮੰਨ ਲਿਆ। ਦਿਓ ਰਾਜ ਤੇਹ ਬਹੁਤ ਤਿਕਾਰਿਓ। ਕਹਿੰਦੇ ਰਾਜ ਤਾਂ ਬਚਨ ਤਾਂ ਮੰਨ ਲਿਆ, ਰਾਜ ਪਰ ਧਿਕਾਰਾਂ ਬਹੁਤ ਪਾਈਆਂ ਕਕਈ ਨੂੰ, ਵੀ ਬਹੁਤ ਮਾੜਾ ਕੰਮ ਕੀਤਾ ਹੈ ਤੂੰ, ਮੇਰੀ ਮਰਜ਼ੀ ਦੇ ਖਿਲਾਫ ਇਹ ਗੱਲ ਕੀਤੀ ਹੈ। ਦੂਸਰ ਬਰ ਰਗਬਰ ਬਨਵਾਸਾ। ਤੇ ਕਹਿੰਦੀ ਦੂਸਰਾ ਬਚਨ ਇਹ ਹੈ, ਤੂੰ ਚਾਹੁੰਦਾ ਕਿ ਭਗਵਾਨ ਰਾਮ ਨੂੰ ਮੈਂ ਰਾਜਾ ਬਣਾਵਾਂ, ਉਹਨੂੰ 14 ਸਾਲ ਦਾ ਬਨਵਾਸ ਦੇ ਦੇ ਜੰਗਲਾਂ ਦਾ, ਤੇ ਮੇਰਾ ਪੁੱਤ ਰਾਜ ਕਰੇ। ਸੁਨ ਨਿਰਪ ਤਜੀ ਜੀਵਨ ਕੀ ਆਸਾ। ਸੁਣ ਕਰਕੇ ਰਾਜੇ ਨੇ ਦੇਖਿਆ ਵੀ ਮੇਰੀ ਜੋ ਮਰਜ਼ੀ ਦੇ ਸਾਰਾ ਕੁਝ ਖਿਲਾਫ ਮਜਬੂਰੀ ਚ ਹੋਇਆ, ਉਹਨੇ ਜੀਵਨ ਦੀ ਆਸਾ ਤਿਆਗ ਦਿੱਤੀ ਦਸ਼ਰਥ ਰਾਜਾ ਨੇ। ਰਾਮ ਚੰਦ ਤਬ ਵਿਪਨ ਪਧਾਰੇ। ਤਾਂ ਕਹਿੰਦੇ ਨੇ ਜਿਸ ਵੇਲੇ ਬਚਨ ਕੀਤਾ ਹੈ ਭਗਵਾਨ ਰਾਮ ਜੀ ਫਿਰ ਜੰਗਲਾਂ ਨੂੰ ਚਲ ਗਏ ਬਨਵਾਸ ਕੱਟਣ ਵਾਸਤੇ। ਸੀਤਾ ਲక్ష్మణ ਲੀਨ ਸੰਗਾਰੇ। ਤੋ ਲక్ష్మణ ਜੀ ਨੂੰ ਭਰਾਤਾ ਨੂੰ ਸੀਤਾ ਜੀ ਨੂੰ ਨਾਲ ਲੈ ਕਰਕੇ ਜੰਗਲਾਂ ਨੂੰ ਚਲੇ ਗਏ। ਪੁਰ ਆਤੁਰ ਅਤ ਔਰ ਨਰ ਨਾਰੀ। ਤੇ ਇਸ ਅਯੁੱਧਿਆਪੁਰੀ ਦੇ ਸਭ ਲੋਕ ਬਹੁਤ ਦੁਖੀ ਹੋਏ ਇਹ ਗੱਲ ਦੇਖ ਕੇ। ਰਾਮ ਬਿਰਹ ਵਿਆਪਿਓ ਦੁਖ ਭਾਰੀ। ਭਗਵਾਨ ਰਾਮ ਜੀ ਦੇ ਵਿਛੋੜੇ ਕਰਕੇ ਸਭ ਨੂੰ ਬਹੁਤ ਦੁੱਖ ਹੋਇਆ। ਸੁਤ ਕੇ ਬਿਰਹ ਦਸ਼ਰਥ ਤਨ ਛੋਰਾ। ਤੋ ਕਹਿੰਦੇ ਪੁੱਤਰ ਦੇ ਵਿਛੋੜੇ ਕਰਕੇ ਰਾਜੇ ਦਸ਼ਰਥ ਨੇ ਵੀ ਕਹਿੰਦੇ ਨੇ ਆਪਣਾ ਸਰੀਰ ਤਿਆਗ ਦਿੱਤਾ। ਪ੍ਰੀਤਮ ਪ੍ਰਣ ਨਿਭਾਹਿਓ ਓਰਾ। ਕਿਉਂਕਿ ਇਸ ਪ੍ਰਕਾਰ ਪਰਨ ਨੂੰ ਪਿਆਰਾ ਕੀਤਾ, ਆਪਣਾ ਜਿਹੜਾ ਪਰਨ ਕੀਤਾ ਸੀ ਉਹ ਨਿਭਾ ਦਿੱਤਾ ਰਾਜੇ ਨੇ। ਰੇਖ ਵਿਸ਼ਿਸ਼ਟ ਦੇਖਿਓ ਅਸਹਾਲਾ। ਜਿਹੜੇ ਵਿਸ਼ਿਸ਼ਟ ਰਿਖੀ ਜੀ ਨੇ ਦੇਖਿਆ ਵੀ ਇਹ ਹਾਲ ਗੁਜ਼ਰ ਗਿਆ ਹੈ ਇੱਥੇ ਤਾਂ। ਭਰਤ ਬੁਲਾਏ ਪਠੇ ਤਤ ਕਾਲਾ। ਝੱਟ ਕਹਿੰਦੇ ਵਿਦੇਸ਼ ਗਿਆ ਹੋਇਆ ਸੀ ਰਾਜਾ ਭਰਤ ਜਿਹੜਾ ਸੀ ਇਸ ਪ੍ਰਕਾਰ। ਸੋ ਕਕਈ ਦਾ ਪੁੱਤਰ ਜਦ ਉਹਨੂੰ ਬਚਨ ਕੀਤਾ ਸੀ ਤਾਂ ਕਹਿੰਦੇ ਨੇ ਇਸ ਪ੍ਰਕਾਰ ਵਸ਼ਿਸ਼ਟ ਜੀ ਨੇ ਉਸ ਨੂੰ ਬੁਲਾਇਆ ਝਟਪਟ ਹੀ। ਆਨ ਦੀਖ ਜਬ ਸਰਬ ਕੁਚਾਲੀ। ਜਦੋਂ ਆਣ ਕਰਕੇ ਭਰਤ ਨੇ ਆਣ ਕੇ ਸਾਰਾ ਕੁਝ ਦੇਖਿਆ ਵੀ ਇਹ ਕੀ ਬਣਿਆ ਮੇਰੇ ਜਾਣ ਤੋਂ ਬਾਅਦ ਹੀ, ਤਾਂ ਉਹ ਬੜਾ ਹੈਰਾਨ ਹੋਇਆ। ਵਿਆਪੀ ਉਰ ਮਹਿ ਪੀਰ ਵਿਸਾਲੀ। ਤੇ ਕਹਿੰਦੇ ਭਰਤ ਵੀ ਬਹੁਤ ਦੁਖੀ ਹੋਇਆ, ਪ੍ਰਜਾ ਵੀ ਸਾਰੀ ਦੁਖੀ ਹੋਈ ਕਕਈ ਜੀ ਦੇ ਇਸ ਕਰਮ ਕਰਨ ਤੋਂ। ਸੁਨ ਨਿਜ ਜਨਨੀ ਅਦਿਕ ਤਿਕਾਰੀ। ਇਹ ਗੱਲ ਸੁਣ ਕਰਕੇ ਭਰਤ ਮਾਂ ਨੂੰ ਪਿਆਰ ਤੇ ਬਹੁਤ ਕਰਦਾ ਸੀ, ਪਰ ਉਸ ਦੇ ਇਸ ਕਿਰਤ ਨੂੰ ਦੇਖ ਕਰਕੇ ਉਸ ਨੇ ਬਹੁਤ ਬੁਰਾ ਭਲਾ ਕਿਹਾ, ਬਹੁਤ ਧਿਕਾਰਾਂ ਪਾਈਆਂ। ਵਿਦ ਸੋ ਪਿਤ ਕੀ ਕਾਇਆ ਜਾਰੀ। ਇਸ ਪ੍ਰਕਾਰ ਫਿਰ ਵਿਧੀ ਪੂਰਵਕ ਸੋ ਭਰਤ ਨੇ ਫਿਰ ਆਪਣੇ ਪਿਤਾ ਜੀ ਦੀ ਦੇਹ ਦਾ ਸੰਸਕਾਰ ਕੀਤਾ। ਰੁਦਨ ਕਰਤ ਪੁਰ ਛੋਰ ਸਿਧਾਰਾ। ਇਸ ਪ੍ਰਕਾਰ ਇਹ ਜਿਹੜਾ ਭਰਤ ਸੀ ਇਹਨੇ ਵੀ ਫਿਰ ਕੀਤਾ ਪੁਰੀ ਨੂੰ ਛੱਡ ਦਿੱਤਾ, ਇਹ ਭਗਵਾਨ ਰਾਮ ਜੀ ਦੇ ਮਗਰ ਚਲਾ ਗਿਆ। ਜਹ ਗਮਨੇ ਰਗ ਰਾਏ ਉਧਾਰਾ। ਜਿੱਥੇ ਇਸ ਪ੍ਰਕਾਰ
ਭਗਵਾਨ ਰਾਮ ਜੀ ਜਿੱਧਰ ਗਏ ਸਨ ਜੰਗਲਾਂ ਵੱਲ ਉਧਰ ਚਲਾ ਗਿਆ। ਮਿਲਿਓ ਬਿਪਨ ਮਹਿ ਹੋਏ ਬਿਹਾਲਾ, ਬੜਾ ਬਿਹਾਲ ਹੋ ਕਰਕੇ ਦੁਖੀ ਹੋ ਕਰਕੇ ਭਗਵਾਨ ਰਾਮ ਜੀ ਆਪਣੇ ਭਰਾ ਨੂੰ ਮਿਲਿਆ ਜਾ ਕੇ। ਬੰਦ ਹੈ ਪਦ ਕੋ ਪ੍ਰੇਮ ਵਿਸਾਲਾ, ਬੜਾ ਪ੍ਰੇਮ ਕੀਤਾ, ਚਰਨਾਂ ਤੇ ਨਮਸਕਾਰ ਕੀਤੀ ਵੱਡੇ ਭਰਾ ਦੀ। ਸਿਮਹੋ ਨਾਥ ਅਪਰਾਧ ਹਮਾਰੇ, ਮਹਾਰਾਜ ਸਾਡੇ ਗੁਨਾਹ ਹੋਏ ਨੇ, ਤੁਹਾਨੂੰ ਦੁੱਖ ਝੱਲਣਾ ਪਿਆ ਹੈ, ਸਾਨੂੰ ਮਾਫ ਕਰ ਦਿਓ। ਕਹਿ ਘਰ ਚਲੋ ਕੇ ਲਿਹੋ ਸੰਗਾਰੇ, ਕਹਿੰਦੇ ਜੀ ਹੁਣ ਇਹ ਹੈ ਜਾਂ ਤਾਂ ਤੁਸੀਂ ਘਰ ਚੱਲੋ ਰਾਜ ਕਰੋ, ਜਾਂ ਫਿਰ ਮੈਨੂੰ ਵੀ ਨਾਲ ਹੀ ਲੈ ਚਲੋ। ਸਤ ਸੰਧ ਸ੍ਰੀ ਰਾਮ ਵਿਚਾਰਾ, ਤਾਂ ਭਗਵਾਨ ਰਾਮ ਜੀ ਨੇ ਦੇਖਿਆ ਵੀ ਇਹਦਾ ਸੱਚਾ ਪ੍ਰੇਮ ਹੈ, ਸੱਚਾ ਸੰਬੰਧ ਸਾਡੇ ਨਾਲ ਕੀਤਾ ਹੈ ਭਰਾ ਵਾਲਾ। ਧੀਰਜ ਦੀਨ ਭਰਤ ਕੋ ਭਾਰਾ, ਭਾਰਤ ਨੂੰ ਬੜਾ ਧੀਰਜ ਦਿੱਤਾ ਇਸ ਨੇ। ਦੇਖ ਰਾਮ ਸਦਨ ਕੋ ਮੋਰਾ, ਤਾਂ ਫਿਰ ਇਸ ਪ੍ਰਕਾਰ ਇਸ ਦੀ ਤਸੱਲੀ ਵਾਸਤੇ ਆਪਣੀਆਂ ਖੜਾਵਾਂ ਦੇ ਦਿੱਤੀਆਂ। ਤੂੰ ਖੜਾਵਾਂ ਜਾ ਕਰਕੇ ਤਖਤ ਤੇ ਰੱਖ ਕੇ ਰਾਜ ਭਾਗ ਤੂੰ ਚਲਾ। ਗਮਨੇ ਆਪ ਬਿਪਨ ਕੀ ਓਰ, ਤੇ ਆਪ ਭਗਵਾਨ ਰਾਮਚੰਦਰ ਜੀ ਪਿਤਾ ਦਾ ਬਚਨ ਮੰਨ ਕਰਕੇ ਜੰਗਲਾਂ ਨੂੰ ਚਲੇ ਗਏ। ਵਿਚਰਤ ਕੇਤਕ ਦਿਵਸ ਬਿਤਾਏ, ਜਦੋਂ ਜੰਗਲ 'ਚ ਫਿਰਦਿਆਂ ਹੋਇਆਂ ਕੁਝ ਦਿਨ ਗੁਜ਼ਾਰੇ ਹਨ ਤਾਂ ਮਨ ਅਗਸਤ ਕੇ ਆਸ਼ਰਮ ਆਏ, ਅਗਸਤ ਮੁਨੀ ਜੀ ਦੇ ਆਸ਼ਰਮ ਤੇ ਚਲੇ ਗਏ ਜੰਗਲ ਦੇ ਵਿੱਚ। ਤਹ ਬਸ ਬਹੁਰੋ ਗਏ ਅਗਾਰੀ, ਉੱਥੇ ਵਸ ਕੇ ਕੁਝ ਸਮਾਂ ਫਿਰ ਅੱਗੇ ਚਲੇ ਗਏ ਉੱਥੋਂ। ਜਹ ਰਾਵਨ ਬਹਿਨੀ ਕੀ ਬਾਰੀ, ਜਿੱਥੇ ਰਾਵਣ ਜਿਹੜਾ ਸੀ ਉਸ ਦੀ ਭੈਣ ਦੀ ਬਗੀਚੀ ਸੀ, ਇਸ ਪ੍ਰਕਾਰ ਉੱਥੇ ਚਲੇ ਗਏ। ਪਰਨ ਕੁੱਟੀ ਤਹ ਜਾਏ ਬਨਾਈ, ਇਹਨਾਂ ਨੇ ਜਾ ਕਰਕੇ ਪੱਤਿਆਂ ਦੀ ਕੁਟੀਆਂ ਬਣਾ ਲਈ ਜੰਗਲ ਵਿੱਚ ਰਹਿਣ ਵਾਸਤੇ। ਲਛਮਨ ਸਹਿਤ ਰਹੇ ਰਗਰਾਈ, ਤੋ ਲਛਮਣ ਜੀ ਦੇ ਸਮੇਤ ਕਹਿੰਦੇ ਉੱਥੇ ਰਹਿائش ਕਰ ਲਈ ਜੰਗਲ ਵਿੱਚ। ਸੂਪਨ ਖਾ ਇੱਕ ਦਿਨ ਚਲ ਆਈ, ਇਹ ਇਹਦਾ ਨਾਮ ਸੀ ਸੂਪਨਖਾ, ਰਾਵਣ ਦੀ ਭੈਣ ਸੀ, ਜੰਗਲ ਵਿੱਚ ਰਹਿੰਦੀ ਸੀ ਇਹ। ਇਸ ਨੇ ਇੱਕ ਦਿਨ ਆਣ ਕਰਕੇ ਤੱਕਿਆ ਜਦੋਂ, ਰੂਪ ਵਿਲੋਕਤ ਰਹੀ ਲੁਭਾਈ, ਲਛਮਣ ਜੀ ਦਾ ਰੂਪ ਦੇਖ ਕਰਕੇ ਇਹ ਲੁਭਾਇਮਾਨ ਹੋ ਗਈ ਉਹਦਾ ਰੂਪ ਤੇ। ਕਹਿ ਕੇ ਬਹੁਰ ਮੁਝੇ ਕਰ ਪ੍ਰੀਤੇ, ਤੋ ਇਸ ਪ੍ਰਕਾਰ ਕਹਿਣ ਲੱਗੀ ਕਿ ਤੁਸੀਂ ਮੇਰੇ ਨਾਲ ਪ੍ਰੇਮ ਕਰੋ, ਨਤ ਮਾਰੋ ਤੁਮਕੋ ਮੈਂ ਜੀਤੇ, ਨਹੀਂ ਤੇ ਜਿਉਂਦਿਆਂ ਨੂੰ ਮਾਰ ਦੂੰਗੀ ਤੁਹਾਨੂੰ ਮੈਂ। ਸੁਨ ਲਛਮਨ ਕੀਏ ਕ੍ਰੋਧ ਕਨੇਰਾ, ਤੇ ਲਛਮਣ ਜੀ ਬਲੀ ਸਨ, ਉਹਨਾਂ ਨੇ ਬੜਾ ਫਿਰ ਕ੍ਰੋਧ ਕੀਤਾ ਜਦੋਂ ਇਹਨੇ ਕਿਹਾ ਤੁਹਾਨੂੰ ਮਾਰ ਦੂੰਗੀ ਮੈਂ। ਕਾਟਿਓ ਨਾਕ ਕਾਨ ਤਿਸ ਬੇਰਾ, ਗੁੱਸੇ 'ਚ ਆਣ ਕੇ ਨੱਕ ਤੇ ਕੰਨ ਕੱਢ ਦਿੱਤਾ। ਤੂੰ ਕੀ ਮਾਰੇਂਗੀ? ਕਹਿੰਦੇ ਤੇਰੇ ਅਸੀਂ ਤੇਰੇ ਲੱਜਾ ਕਰਨੇ ਖਾ। ਇਉਂ ਕਹਿੰਦੇ ਨੱਕ ਤੇ ਕੰਨ ਵੱਢ ਦਿੱਤਾ ਇਸ ਦਾ। ਸੋ ਰਾਵਣ ਢਿਗ ਜਾਏ ਪੁਕਾਰੀ, ਉਹਨੇ ਜਾ ਕਰ ਭਰਾ ਰਾਵਣ ਨੂੰ ਜਾ ਕਰਕੇ ਹੁਣ ਇਹਨੇ ਇਸਤਰੀ ਚਲਿੱਤਰ ਕੀਤਾ ਹੈ। ਉੱਥੇ ਜਾ ਕਰਕੇ ਇਉਂ ਕਹਾਣੀ ਕਹੀ ਉਸ ਨੂੰ, ਕਹਿ ਕੇ ਤਿੰਨ ਸੰਗ ਸੁੰਦਰ ਨਾਰੀ, ਕਹਿਣ ਲੱਗੀ ਕਿ ਉੱਥੇ ਦੋ ਇਸ ਤਰ੍ਹਾਂ ਨਾਲ ਜੰਗਲ ਵਿੱਚ ਵਾਸੀ ਰਹਿੰਦੇ ਆ, ਉਹਨਾਂ ਨਾਲ ਸੁੰਦਰ ਇਸਤਰੀ ਹੈ। ਸੋ ਲਿਆਵਨ ਗਮਨੀ ਹਿਤ ਤੇਰੇ, ਮੈਂ ਤੇਰੇ ਵਾਸਤੇ ਲੈਣ ਵਾਸਤੇ ਗਈ ਸੀ, ਨਾਸਾ ਕਰਨ ਕੱਟੇ ਤਿੰਨ ਮੇਰੇ, ਤੇ ਉਹਨਾਂ ਨੇ ਮੇਰਾ ਨੱਕ ਤੇ ਕੰਨ ਕੱਟ ਦਿੱਤੇ ਆ। ਉੱਥੇ ਜਾ ਕੇ ਝੂਠ ਬੋਲਿਆ ਰਾਵਣ ਦੇ ਕੋਲ ਇਸਨੇ। ਸੁਨ ਰਾਵਣ ਮਨ ਕ੍ਰੋਧ ਕਨੇਰਾ, ਰਾਵਣ ਨੇ ਬੜਾ ਕ੍ਰੋਧ ਕੀਤਾ ਇਹ ਗੱਲ ਸੁਣ ਕਰਕੇ। ਕੀਏ ਮਰੀਚ ਮ੍ਰਿਗ ਕੰਚਨ ਕੇਰਾ, ਉਹ ਜਿਹੜਾ ਦੈਂਤ ਜਿਹੜਾ ਮਰੀਚ ਜਿਹਨੂੰ ਰਾਮ ਜੀ ਨੇ ਤੀਰ ਮਾਰ ਕੇ ਸੁੱਟਿਆ ਸੀ ਉੱਥੇ, ਉਸ ਦੈਂਤ ਨੂੰ ਕਹਿੰਦੇ ਸੋਨੇ ਦਾ ਹਰਨ ਬਣਾ ਦਿੱਤਾ। ਪਠਿਓ ਤਰਮੁੰਡੰ ਮਾਰਾ ਸੁੰਨਾ, ਇਸ ਪ੍ਰਕਾਰ ਇਸ ਨੇ ਤਰਮੁੰਡ ਆਪਣਾ ਇੱਕ ਦੈਂਤ ਸੀ ਉਹਨੂੰ ਭੇਜਿਆ ਸੀ। ਸੋ ਇਸ ਪ੍ਰਕਾਰ ਰਾਮ ਜੀ ਨੂੰ ਮੁਕਾਬਲੇ ਉਹਨਾਂ ਨੇ ਮਾਰ ਦਿੱਤਾ ਸੀ, ਇਸ ਕਰਕੇ ਇਹਨੂੰ ਕ੍ਰੋਧ ਹੋ ਗਿਆ। ਚੱਲਿਓ ਆਪ ਪੁੰਨ ਜੁਗਿਆ ਬਨਾ, ਤੇ ਇਸ ਨੇ ਇਹ ਫਿਰ ਇੱਕ ਛਲ ਕੀਤਾ। ਸੋ ਮਰੀਚ ਜਿਹੜਾ ਸੀ ਸੋਨੇ ਦਾ ਹਰਨ ਬਣਾ ਕੇ ਛਲ ਕਰਨ ਵਾਸਤੇ ਇਹਨਾਂ ਦੀ ਕੁਟੀਆਂ ਦੇ ਕੋਲ ਦੀ ਲੰਘਾਇਆ। ਤੋ ਇਸ ਪ੍ਰਕਾਰ ਆਪਣੀ ਮਾਇਆ ਵਰਤਾਈ, ਜਿਹਨੂੰ ਮਾਇਆ ਇਹ ਸ਼ਕਤੀ ਕਹਿੰਦੇ ਨੇ ਮਾਇਆ, ਉਹ ਵਰਤਾ ਕਰਕੇ ਤੇ ਸੀਤਾ ਜੀ ਨੇ ਦੇਖਿਆ ਤੇ ਰਾਮ ਨੂੰ ਕਿਹਾ ਵੀ ਆ ਸੁਨਹਿਰੀ ਹਰਨਾ ਹੈ। ਇਸ ਪ੍ਰਕਾਰ ਕਹਿੰਦੇ ਇਹਨੂੰ ਮਾਰ, ਇਹਨੂੰ ਫੜ ਕੇ ਲਿਆ। ਰਾਮ ਜੀ ਉੱਧਰ ਚਲੇ ਗਏ। ਇਸ ਪ੍ਰਕਾਰ ਤੋ ਇਸ ਤਰੀਕੇ ਨਾਲ ਬਾਅਦ ਵਿੱਚ ਲਛਮਣ ਜੀ ਵੀ ਉੱਧਰ ਚਲ ਗਏ, ਮਗਰ ਇਹ ਇਕੱਲੀ ਰਹਿ ਗਈ। ਤਾਂ ਜਿਸ ਵੇਲੇ ਦੇਖਿਆ ਜੋਗੀ ਬਣ ਕਰਕੇ, ਜੋਗੀ ਦਾ ਰੂਪ ਧਾਰ ਕਰਕੇ ਇਹ ਜਿਹੜਾ ਸੀ ਰਾਵਣ ਫਿਰ ਆਇਆ ਛਲ ਕਰਨ ਵਾਸਤੇ। ਕੰਚਨ ਮ੍ਰਿਗ ਜਬ ਦੀਨ ਦਿਖਾਈ, ਸੋਨੇ ਦਾ ਹਰਨ ਜਿਸ ਵੇਲੇ ਇਸ ਪ੍ਰਕਾਰ ਦਿਖਾਈ ਦਿੱਤਾ, ਸੀਤਾ ਪ੍ਰੇਰੇ ਗੇ ਰਗਰਾਈ, ਤੋ ਸੀਤਾ ਜੀ ਦੇ ਪ੍ਰੇਰੇ ਹੋਏ ਭਗਵਾਨ ਰਾਮ ਜੀ ਮਗਰ ਚਲੇ ਗਏ। ਪਾਛੇ ਲਛਮਨ ਬਹੁਰ ਪਧਾਰਾ, ਮਗਰੋਂ ਕਹਿੰਦੇ ਲਛਮਣ ਵੀ ਚਲਾ ਗਿਆ। ਰਾਵਣ ਅਸਵਰ ਪਾਏ ਸੁਖਾਰਾ, ਰਾਵਣ ਨੇ ਅਵਸਰ ਸਮਾਂ ਪਾ ਕਰਕੇ ਇਸ ਪ੍ਰਕਾਰ ਦੇਖਿਆ ਜਦੋਂ, ਲੱਖ ਜਗਾਈ ਤੰਦਲ ਜਾਂਚੋ, ਇਸ ਪ੍ਰਕਾਰ ਇਸ ਨੇ ਸਾਧੂ ਦਾ ਜੋਗੀ ਦਾ ਭੇਖ ਧਾਰਿਆ ਸਾਧ ਬਣ ਕਰਕੇ, ਤੇ ਜਾ ਕਰਕੇ ਸੀਤਾ ਜੀ ਕੋਲ ਅਲੱਖ ਜਗਾ ਕਰਕੇ ਚੌਲ ਮੰਗੇ, ਮੈਨੂੰ ਚੌਲਾਂ ਦਾ ਦਾਨ ਦੇ। ਲਖੀ ਸੀਆ ਇਹ ਜੁਗਿਆ ਸਾਚੋ, ਤੇ ਸੀਤਾ ਜੀ ਨੂੰ ਭਰਮ ਹੋ ਗਿਆ ਵੀ ਇਹ ਸੱਚਾ ਹੀ ਕੋਈ ਜੋਗੀ ਮਹਾਤਮਾ ਹੀ ਹੈ। ਇਉਂ ਜਾਣ ਕਰਕੇ ਉਸਨੇ ਭਿਖਿਆ ਪਾਵਨ ਕੋ ਜਬ ਆਈ, ਤੋ ਕਹਿੰਦੇ ਜਿਸ ਵੇਲੇ ਇਹ ਭਿਖਿਆ ਪਾਉਣ ਲੱਗੀ ਤੇ ਕਹਿੰਦੀ
ਆਪਣਾ ਲਛਮਣ ਜਤੀ ਸੀ, ਇਸ ਨੇ ਲਕੀਰ ਖਿੱਚੀ ਸੀ। ਤੋ ਸੀਤਾ ਕਹੇ ਵੀ ਜੇ ਤੂੰ ਆਪਣਾ ਲੈਣੀ ਭਿੱਖਿਆ ਲੈਣੀ ਆ ਤੇ ਅੱਗੇ ਆ। ਜਦੋਂ ਉਹ ਲਕੀਰ ਟੱਪਦਾ ਸੀ ਤਾਂ ਇਹਨੂੰ ਅੱਗ ਕਹਿੰਦੇ ਲੱਗਦੀ ਸੀ। ਇਸ ਪ੍ਰਕਾਰ ਤੇ ਜਿਸ ਵੇਲੇ ਜੋਗੀ ਕਹਿਣ ਲੱਗਾ ਵੀ ਨਹੀਂ ਤੂੰ ਬਾਹਰ ਆਣ ਕੇ ਭਿੱਖਿਆ ਦੇ ਮੇਰੇ ਖੈਰ ਭਾ, ਤੋ ਇਸ ਪ੍ਰਕਾਰ ਇਹਨੂੰ ਮਨਾ ਕੀਤਾ ਸੀ। ਇਹਨੇ ਆਪਣਾ ਡਰ ਦਿੱਤਾ, ਕਹਿੰਦੇ ਜੇ ਤੂੰ ਮੈਨੂੰ ਭਿੱਖਿਆ ਨਹੀਂ ਮੈਂ ਤੈਨੂੰ ਸ਼ਰਾਪ ਦਊਂ। ਡਰਦੀ ਮਾਰੀ ਸੀਤਾ ਕਹਿੰਦੇ ਇਹਨੂੰ ਭਿੱਖਿਆ ਪਾਉਣ ਲਈ ਲਕੀਰ ਤੋਂ ਬਾਹਰ ਆਈ ਜਦੋਂ ਗਹਿ ਕਰ ਗਮਨਿਓ ਗੈਨ ਉਡਾਈ। ਤਾਂ ਕਹਿੰਦੇ ਉਸ ਨੂੰ ਸੀਤਾ ਜੀ ਨੂੰ ਪਕੜ ਕਰਕੇ ਚੁੱਕ ਕੇ ਆਕਾਸ਼ ਵਿੱਚ ਉੱਡ ਕੇ ਹੀ ਲੈ ਗਿਆ ਸੀ ਆਪਣੇ ਲੰਕਾ ਦੇ ਵਿੱਚ। ਰਾਮਚੰਦਰ ਹਟ ਕਰ ਪੁਨ ਆਏ। ਜਦੋਂ ਭਗਵਾਨ ਰਾਮ ਜੀ ਹੁਣੀ ਵਾਪਸ ਆਏ ਹਨ ਤਾਂ ਕੁਟੀ ਬਲੋਕਤ ਸੋਚ ਵਢਾਏ। ਤੋ ਖਾਲੀ ਕੁਟੀਆ ਵੇਖ ਕਰਕੇ ਬੜੇ ਫਿਕਰਾਂ 'ਚ ਹੋ ਗਏ। ਵਿਚਰਤ ਵਿਪਨ ਵਿਖੇ ਬਿਰਲਾਪਤ। ਕਹਿੰਦੇ ਜੰਗਲ ਵਿੱਚ ਸੀਤੋਂ ਲੱਭਦੇ ਉਦੋਂ ਬਿਰਲਾਪ ਫਿਰ ਬਹੁਤ ਕੀਤਾ ਭਗਵਾਨ ਰਾਮ ਜੀ ਨੇ। ਇਸ ਪ੍ਰਕਾਰ ਇਤਿਹਾਸ ਮਿਲਦਾ ਹੈ। ਸੀਤਾ ਸੀਤਾ ਊਚ ਅਲਾਪਤ। ਤੋ ਸੀਤਾ ਦਾ ਨਾਮ ਲੈ ਲੈ ਕਰਕੇ ਉੱਚੀ ਇਸ ਪ੍ਰਕਾਰ ਆਵਾਜ਼ਾਂ ਮਾਰ ਮਾਰ ਕੇ ਜੰਗਲ 'ਚ ਲੱਭਦਾ ਸੀ। ਖੋਜਤ ਪਾਏ ਨ ਕਾਹੂ ਠੌਰਾ। ਜਦੋਂ ਕਿਸੇ ਥਾਂ ਤੇ ਵੀ ਨਾ ਕੁਛ ਲੱਭਿਆ ਖੋਜ ਆਦਿਕ। ਸੁਧ ਭੁੱਲੀ ਤਨ ਰਗ ਕੁਲ ਮੋਰਾ। ਤਾਂ ਭਗਵਾਨ ਰਾਮ ਜੀ ਦੀ ਉਸ ਵੇਲੇ ਕਹਿੰਦੇ ਮੂਰਛਤ ਹੋ ਗਏ ਸਨ, ਬੜੀ ਇਹਨਾਂ ਦੀ ਸੋ ਸੁਧ ਭੁੱਲ ਗਈ ਸੀ ਇਹਨਾਂ ਦੇ ਤਾਈ। ਬਨ ਮਹਿ ਰਹਿਤ ਕਪਸ ਹਨੂਮਾਨਾ। ਤੇ ਹਨੂਮਾਨ ਕਹਿੰਦੇ ਇਹ ਬਾਨਰ ਕੌਮ ਸੀ, ਇਹ ਪ੍ਰਕਾਰ ਉੱਥੇ ਰਹਿੰਦਾ ਸੀ ਜੰਗਲ ਵਿੱਚ। ਕੀਨ ਸਥਾਪਨ ਦਵੈ ਦੁਖ ਵਾਨਾ। ਇਸ ਪ੍ਰਕਾਰ ਇਹ ਦੋ ਦੁਖੀ ਕਹਿੰਦੇ ਇਸ ਪ੍ਰਕਾਰ ਮਿਲ ਗਏ ਉਸ ਵੇਲੇ। ਭਰਾਤ ਸਰਗੀਯ ਹੈ ਕੋ ਬਲ ਬੋਲੀ। ਤੋ ਸੁਗਰੀਬ ਤੇ ਬਲੀ ਦੋ ਭਰਾ ਸਨ। ਇਸ ਪ੍ਰਕਾਰ ਬਲੀ ਜਿਹੜਾ ਸੀ ਇਸ ਪ੍ਰਕਾਰ ਬਾਲੀ ਉਸਨੇ ਸੁਗਰੀਬ ਦੀ ਘਰ ਵਾਲੀ ਖੋਲੀ ਸੀ ਜ਼ਬਰਦਸਤੀ। ਰਾਜ ਨਾਰ ਲੇਕੀਨ ਕੁਚਾਲੀ। ਇਸ ਤਰੀਕੇ ਦੇ ਨਾਲ ਕਹਿੰਦੇ ਨੇ ਇਹਨਾਂ ਨੇ ਸੋ ਖੋਟੀ ਚਾਲ ਕੀਤੀ ਸੀ। ਇੱਕ ਸਰਸੋਂ ਰਗ ਬਰ ਤਿਹ ਮਾਰਾ। ਇਸ ਤਰੀਕੇ ਦੇ ਨਾਲ ਕਹਿੰਦੇ ਨੇ ਜਿਸ ਵੇਲੇ ਤਾਂ ਭਗਵਾਨ ਰਾਮ ਜੀ ਨੇ ਫਿਰ ਇਹ ਸੁਗਰੀਬ ਦੀ ਮਦਦ ਕੀਤੀ। ਤੋ ਇਸ ਪ੍ਰਕਾਰ ਰਾਮ ਜੀ ਨੇ ਸੁਗਰੀਬ ਦੀ ਬਾਲੀ ਨੇ ਜਿਹੜਾ ਇਹ ਧੱਕਾ ਕੀਤਾ ਸੀ, ਇਹਨੇ ਇੱਕ ਤੀਰ ਮਾਰ ਕਰਕੇ ਬਾਲੀ ਨੂੰ ਮਾਰਿਆ ਸੀ। ਤਿਹ ਕੋ ਕਾਜ ਪ੍ਰਥਮ ਕੀਏ ਸਾਰਾ। ਪਹਿਲਾਂ ਤਾਂ ਸੁਗਰੀਬ ਜਿਹੜਾ ਸੀ ਇਸ ਪ੍ਰਕਾਰ ਇਹ ਹਨੂਮਾਨ ਤੇ ਸੁਗਰੀਬ ਆਦਿ ਕੇ ਬਾਂਦਰ ਸਨ। ਤੋ ਕਹਿੰਦੇ ਇਸ ਪ੍ਰਕਾਰ ਪਹਿਲਾਂ ਤਾਂ ਉਹਦਾ ਕੰਮ ਕੀਤਾ ਵੀ ਤੇਰਾ ਜਿਹੜਾ ਦੋਸ਼ੀ ਆ ਪਹਿਲਾਂ ਉਹਦਾ ਤੇ ਤੇਰੀ ਨਾਰ ਜਿਹੜੀ ਘਰ ਵਾਲੀ ਆ ਉਹ ਤੈਨੂੰ ਦੇਣੇ ਆ। ਇਉਂ ਕਹਿੰਦੇ ਰਾਮ ਜੀ ਨੇ ਉਹਦੀ ਮਦਦ ਕੀਤੀ। ਬਹੁਰੋ ਕਟਕ ਕਪਨ ਕਿਉ ਕੋ ਜੇਤਾ। ਤਾਂ ਫਿਰ ਕਹਿੰਦੇ ਜਿੰਨੀ ਇਹ ਫੌਜ ਸੀ, ਇਹ ਬਾਨਰ ਫੌਜ, ਹਨੂਮਾਨ ਸੀ, ਇਹ ਸੁਗਰੀਵ ਆਦਿ ਜਿਤਨੀ ਫੌਜ ਸੀ, ਇਹ ਸਾਰੀ ਫਿਰ ਆਪ ਨਾਲ ਲੈ ਕੇ ਹੁਣ ਮੇਰਾ ਕੰਮ ਕਰੋ, ਮੈਂ ਵੀ ਆਪਣੀ ਸੀਤਾ ਨੂੰ ਲਿਆਉਣਾ ਹੈ। ਸੀਤਾ ਖੋਜਨ ਭੇਜਿਓ ਤੇਤਾ। ਤੇ ਉਸ ਵੇਲੇ ਕਹਿੰਦੇ ਨੇ ਇਹਨਾਂ ਨੇ ਸਾਰਿਆਂ ਨੂੰ ਕਿਹਾ ਵੀ ਸੀਤਾ ਨੂੰ ਲੱਭੋ ਕਿੱਥੇ ਹੈ। ਸਾਰੀ ਫੌਜ ਨੂੰ ਹੁਕਮ ਲਾ ਦਿੱਤਾ। ਹਨੂਮਾਨ ਲੰਕਾ ਕੇ ਮਾਹੀ। ਤੇ ਹਨੂਮਾਨ ਜਿਹੜਾ ਸੀ ਇਸ ਨੇ ਜਾ ਕੇ ਲੰਕਾ ਦੇ ਵਿੱਚ ਜਾਏ ਬਲੋਕੀ ਬੈਸੀ ਤਾਹੀ। ਤੋ ਜਾ ਕਰਕੇ ਤੱਕਿਆ ਵੀ ਦੱਸਿਆ ਜਾਂਦਾ ਵੀ ਅਸ਼ੋਕ ਬਾਗ ਇਹਦਾ ਸੀ, ਉਹਦੇ ਵਿੱਚ ਕੈਦ ਕੀਤਾ ਹੋਇਆ ਸੀ ਸੀਤਾ ਨੂੰ। ਲੰਕਾ ਫੂਕ ਦੈਤ ਬਹੁ ਘਾਈ। ਤੋ ਗਿਆ ਹਨੂਮਾਨ ਜਿਹੜਾ ਹੈ ਇਸ ਨੇ ਕਹਿੰਦੇ ਉਹਦਾ ਅਸ਼ੋਕ ਬਾਗ ਪਟਣਾ ਸ਼ੁਰੂ ਕਰ ਦਿੱਤਾ। ਜਿਸ ਵੇਲੇ ਰਾਵਣ ਆਇਆ ਜਦੋਂ ਇਸ ਪ੍ਰਕਾਰ ਬਹੁਤ ਸਾਰੀ ਉਹਦੀ ਲੰਕਾ ਫੂਕ ਦਿੱਤੀ, ਪੂਛ ਨੂੰ ਅੱਗ ਲਾ ਕੇ ਬਹੁਤ ਦੈਂਤਾਂ ਦਾ ਵਿਨਾਸ਼ ਕੀਤਾ ਹਨੂਮਾਨ ਬਲੀ ਨੇ। ਸੁਧ ਸੀਤਾ ਕੀ ਆਨ ਸੁਨਾਈ। ਤੇ ਸੀਤਾ ਦੀ ਖਬਰ ਆਣ ਕੇ ਭਗਵਾਨ ਰਾਮ ਜੀ ਨੂੰ ਸੁਣਾ ਦਿੱਤੀ ਸੀ ਇਸਨੇ। ਲੈ ਕਪ ਕਟਕ ਚੜੇ ਰਗੁਰਾਈ। ਤਾਂ ਫਿਰ ਕਹਿੰਦੇ ਬਾਂਦਰਾਂ ਦੀ ਫੌਜ ਲੈ ਕਰਕੇ ਭਗਵਾਨ ਰਾਮ ਜੀ ਚੜੇ ਸਨ ਰਾਵਣ ਦੇ ਇਸ ਪਰ ਲੰਕਾ ਤੇ। ਆਏ ਸੇਤ ਬਾਂਧਿਓ ਇਹ ਥਾਈ। ਤਾਂ ਬੜਾ ਭਾਰੀ ਇਸ ਤਰੀਕੇ ਨਾਲ ਆ ਕੇ ਪੁਲ ਬੰਨਿਆ ਇੱਥੋਂ ਲੰਕਾ ਤੇ ਜਾਣ ਵਾਸਤੇ। ਪਾਰ ਉਤਰ ਗਾ ਅੰਗਦ ਮਾਨੀ। ਤੋਂ ਪਹਿਲਾਂ ਕਹਿੰਦੇ ਇਸ ਪ੍ਰਕਾਰ ਅੰਗਦ ਨੂੰ ਭੇਜਿਆ ਸੀ ਇਹਦੀ ਸਭਾ ਦੇ ਵਿੱਚ, ਉਹ ਇਸ ਤੋਂ ਪਾਰ ਉਤਰ ਗਿਆ ਸੀ ਪਹਿਲਾਂ ਪੁਲ ਤੋਂ ਦੀ ਜਾ ਕੇ। ਸੀਤਾ ਦੇਨ ਕਹੀ ਨਹਿ ਮਾਨੀ। ਜਾ ਕੇ ਰਾਵਣ ਨੂੰ ਪਹਿਲਾਂ ਸੰਦੇਸ਼ਾ ਦਿੱਤਾ। ਅੰਗਦ ਗਿਆ ਤੇ ਇਹਦੀ ਸਭਾ ਜਾ ਕੇ ਕਿਹਾ ਵੀ ਸੀਤਾ ਮਾਤਾ ਸਾਡੀ ਵਾਪਸ ਕਰ ਦੇ। ਇਸ ਪ੍ਰਕਾਰ ਇਹਨੇ ਜਦੋਂ ਗੱਲਬਾਤ ਕੀਤੀ ਤਾਂ ਇਹਦਾ ਇਉਂ ਦੱਸਦੇ ਨੇ ਇਤਿਹਾਸ ਕਿ ਇਹਨੇ ਜਾ ਕੇ ਲੱਤ ਰੱਖਦੀ ਸੀ ਸਭਾ ਦੇ ਵਿੱਚ, ਕਹਿੰਦੇ ਮੇਰੀ ਲੱਤ ਚੁੱਕ ਕੇ ਵਿਖਾਓ ਵੱਡੇ ਬਲੀ ਕਹਾਉਂਦੇ ਹੋ। ਉਸ ਵੇਲੇ ਕਹਿੰਦੇ ਇਹਦੀ ਲੱਤ ਕੋਈ ਵੀ ਸੂਰਮਾ ਚੁੱਕ ਨਹੀਂ ਸੀ ਸਕਿਆ ਰਾਵਣ ਦਾ, ਇਹ ਬਲੀ ਸੀ ਇਤਨਾ। ਪਰ ਉਹਨਾਂ ਗੱਲ ਨਾ ਮੰਨੀ ਜਦੋਂ। ਰਚਿਓ ਬਹੁਰ ਸੰਗਰਾਮ ਮਹਾਨਾ। ਫਿਰ ਕਹਿੰਦੇ ਬੜਾ ਭਾਰੀ ਜੰਗ ਮਚ ਗਿਆ ਇਹਨਾਂ ਦਾ। ਦੋਹੇ ਦਿਸ ਮਾਰੂ ਬਾਜਿਓ ਨਿਸ਼ਾਨਾ। ਉਹ ਸੋਹਣੇ ਧੌਂਸੇ ਨਗਾਰੇ ਕਹਿੰਦੇ ਮਾਰੂ ਬਾਜੇ ਵੱਜ ਪਏ ਜਾਗਣ ਦੇ। ਕੁੰਭ ਕਾਨ ਕੋ ਪ੍ਰਥਮੇ ਮਾਰਾ। ਪਹਿਲੇ ਜਿਹੜਾ ਕੁੰਭ ਕਾਨ ਸੀ ਉਹਦਾ ਵਿਨਾਸ਼ ਕੀਤਾ ਰਾਮ ਜੀ ਨੇ। ਮੇਘਨਾਦ ਕੋ ਬਹੁਰ ਸੰਘਾਰਾ। ਫਿਰ ਮੇਘਨਾਦ ਨੂੰ ਮਾਰਿਆ। ਰਾਵਣ ਮਾਰ ਲਈ ਪੁੰਨ ਸੀਤਾ। ਤੋ ਰਾਵਣ ਨੂੰ ਮਾਰਿਆ
ਮਾਰਿਆ ਫਿਰ ਚੜ ਕੇ ਆਇਆ ਜਦੋਂ ਫਿਰ ਸੀਤਾ ਨੂੰ ਪ੍ਰਾਪਤ ਕੀਤਾ ਸੀ। ਗਮਨ ਨਿਜਪੁਰ ਮਾਹੇ ਪੁਨੀਤਾ ਤੋ ਆਪਣੀ ਪੁਰੀ ਦੇ ਵਿੱਚ ਫਿਰ ਵਾਪਸ ਆਏ ਸਨ। ਬੈਠ ਸਿੰਘਾਸਨ ਰਾਜ ਕਮਾਇਓ ਭਗਵਾਨ ਰਾਮ ਜੀ ਨੇ ਫਿਰ ਆਪਣੇ ਰਾਜ ਤਖਤ ਤੇ ਬੈਠ ਕੇ ਰਾਜ ਕਮਾਇਆ ਅਯੁੱਧਿਆਪੁਰੀ ਵਿੱਚ। 10 ਸਹੰਸਰ ਬਰਖਨ ਬਹੁ ਗਾਇਓ ਦੱਸਿਆ ਜਾਂਦਾ ਵੀ 10,000 ਵਰਸ ਰਾਜ ਕੀਤਾ ਭਗਵਾਨ ਰਾਮ ਜੀ ਨੇ। ਤ੍ਰੇਤੇ ਯੁੱਗ ਦੀ ਲੰਬੀ ਉਮਰ ਸੀ। ਬਹੁਰ ਆਪ ਬੈਕੁੰਠ ਪਧਾਰੇ ਫਿਰ ਭਗਵਾਨ ਰਾਮ ਜੀ ਕਹਿੰਦੇ ਨੇ ਬੈਕੁੰਠ ਪਿਆਨਾ ਕਰ ਗਏ ਸਨ। ਇਸ ਪ੍ਰਕਾਰ ਇਹ ਕਥਾ ਉਦਾਰੇ ਇਹ ਸ੍ਰੇਸ਼ਟ ਕਥਾ ਇੰਜ ਹੈ ਇਸ ਪ੍ਰਕਾਰ। ਮਰਦਾਨੇ ਸੁਨ ਸੂਸਮ ਬਰਨੀ ਉਹ ਕਹਿੰਦੇ ਮਰਦਾਨਾ ਜੀ ਸੁਣੋ ਇਹ ਸੰਖੇਪ ਕਰਕੇ ਤੁਹਾਨੂੰ ਦੱਸੀ ਲੰਬੀ ਕਥਾ ਹੈ ਇਹ। ਹੈ ਵਿਸਾਲ ਬਹੁ ਕਲ ਮਲ ਹਰਨੀ ਤੋ ਇਹ ਬੜੀ ਭਾਰੀ ਕਥਾ ਭਗਵਾਨ ਰਾਮ ਜੀ ਦੀ ਹੈ। ਕਹਿੰਦੇ ਨੇ ਪਾਪਾਂ ਨੂੰ ਦੂਰ ਕਰਨ ਵਾਲੀ ਹੈ ਇਹ। ਅਬ ਚਲ ਲੰਕ ਦਿਖਾਵਹਿ ਸੁੰਦਰ ਚਲੋ ਕਹਿੰਦੇ ਹੁਣ ਤੈਨੂੰ ਲੰਕਾ ਦਿਖਾਈਏ ਜਾ ਕੇ। ਬਨੇ ਜਹਾਂ ਕੰਚਨ ਕੇ ਮੰਦਰ ਜਿੱਥੇ ਕਹਿੰਦੇ ਹੁਣ ਇਸ ਤਰ੍ਹਾਂ ਸੋਹਣੇ ਆਦਿਕ ਦੇ ਮੰਦਿਰ ਬਣੇ ਹੋਏ ਹਨ ਸੋਹਣੇ। ਦੋਹਰ ਨਰਾਜ ਛੰਦ ਗੁਰ ਗੋਬਿੰਦ ਸਿੰਘ ਜੀ। ਧੰਨ ਮੇਰੇ ਸਤਿਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਸਾਧ ਸੰਗਤ। ਤੋ ਇਹ ਜਿਹੜਾ ਭਗਵਾਨ ਰਾਮ ਜੀ ਦੀ ਕਥਾ ਹੈ ਸੋ ਕਵੀ ਜੀ ਨੇ ਇਸ ਪ੍ਰਕਾਰ ਸੁੰਦਰ ਪ੍ਰਸੰਗ ਵਿੱਚ ਵਰਣਨ ਕਰਕੇ ਸੰਖੇਪ ਰੂਪ ਵਿੱਚ ਸੋ ਦਰਸਾਈ ਹੈ। ਤੋ ਅੱਗੇ ਮੇਰੇ ਸਤਿਗੁਰੂ ਦੀ ਕਿਰਪਾ ਦਾ ਸਦਕਾ ਅਗਲਾ ਪ੍ਰਸੰਗ ਆਰੰਭ ਕਰਨ ਤੋਂ ਪਹਿਲਾਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਮੰਗਲ ਕਰਕੇ ਕਵੀ ਜੀ ਅਗਲਾ ਪ੍ਰਸੰਗ ਸ਼ੁਰੂ ਕਰਨਗੇ। ਧੰਨ ਸਾਹਿਬ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਦਾ ਸਦਕਾ ਸਤਿਗੁਰਾਂ ਦੇ ਪਾਵਨ ਪਵਿੱਤਰ ਇਤਿਹਾਸ ਨੂੰ ਲੜੀਵਾਰ ਸਰਵਣ ਕਰ ਰਹੇ ਹਾਂ। ਗੁਰੂ ਪਾਤਸ਼ਾਹ ਦੇ ਹਰ ਪ੍ਰਸੰਗ ਤੋਂ ਸਾਨੂੰ ਸਿੱਖਿਆ ਮਿਲਦੀ ਹੈ। ਗੁਰੂ ਸਾਹਿਬ ਬਖਸ਼ਿਸ਼ ਕਰਨ ਸਤਿਗੁਰਾਂ ਦਾ ਉਪਦੇਸ਼ ਸਾਡੇ ਹਿਰਦੇ ਵਸੇ ਜਿਸ ਦੇ ਧਾਰਨੀ ਹੋ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਦੀਆਂ ਬਰਕਤਾਂ ਦੇ ਪਾਤਰ ਬਣੀਏ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਦੇਹੋ ਸੱਜਣ ਅਸੀਂ ਸੜੀਆਂ ਜੋ ਹੋਵੇ ਸਾਹਿਬ ਸੋ ਮੇਲ ਦੀ ਦਾਤ ਪ੍ਰਾਪਤ ਹੋਵੇ। ਮਰਦਾਨੇ ਸੁਨ ਸੂਸਮ ਬਰਨੀ ਹੈ ਵਿਸਾਲ ਬਹੁ ਕਲਮਲ ਹਰਨੀ। ਅਬ ਚਲ ਲੰਕ ਦਿਖਾਵਹਿ ਸੁੰਦਰ ਬਨੇ ਜਹਾਂ ਕੰਚਨ ਕੇ ਮੰਦਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।